वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जुड़ चुके हो इस सवेर वाली गुरमत क्लास विच, जिस विच आपां धन श्री गुरु ग्रंथ साहब जी बारे जानकारी जिहड़ी आ सांझी कर रहे हैं। जो भट्टां दी भगतां दी गुरु साहबानां दी गुरसिखां दी बाणी धन श्री गुरु ग्रंथ साहब जी विच दर्ज है, ਉਹਦੇ ਬਾਰੇ ਵਿਚਾਰ ਚਰਚਾ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ। ਹੁਣ ਤੱਕ ਆਪਾਂ ਗੁਰੂ ਸਾਹਿਬਾਨਾਂ ਦੇ ਬਾਰੇ, ਉਹਨਾਂ ਦਾ ਜੀਵਨ ਤੇ ਉਹਨਾਂ ਦੀ ਬਾਣੀ ਦੇ ਬਾਰੇ ਵਿਚਾਰ ਕੀਤੀ ਹੈ ਤੇ 14 ਭਗਤਾਂ ਦੇ ਜੀਵਨ ਅਤੇ ਬਾਣੀ ਬਾਰੇ ਆਪਾਂ ਵਿਚਾਰ ਕਰ ਚੁੱਕੇ ਹਾਂ। ਤੇ ਅੱਜ ਆਪਾਂ 15ਵੇਂ ਭਗਤ ਜੋ ਸ਼ੇਖ ਫਰੀਦ ਜੀ, ਜਿਨ੍ਹਾਂ ਨੂੰ ਸ਼ੱਕਰਗੰਜ ਵੀ ਕਿਹਾ ਜਾਂਦਾ ਹੈ, ਬਾਬਾ ਸ਼ੇਖ ਫਰੀਦ ਜੀ, ਉਹਨਾਂ ਦੇ ਜੀਵਨ ਅਤੇ ਉਹਨਾਂ ਦੀ ਬਾਣੀ ਦੇ ਬਾਰੇ ਆਪਾਂ ਵਿਸਥਾਰ ਦੇ ਨਾਲ ਚਰਚਾ ਕਰਨੀ ਹੈ। ਸੋ ਆਓ ਬਾਬਾ ਫਰੀਦ ਜੀ ਦੇ ਜੀਵਨ ਦੇ ਬਾਰੇ ਆਪਾਂ ਵਿਚਾਰ ਆਰੰਭ ਕਰੀਏ। ਸੋ ਆਪ ਸਭ ਜੁੜ ਚੁੱਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਬਾਬਾ ਫਰੀਦ ਜੀ ਦੇ ਜੀਵਨ ਦੇ ਬਾਰੇ ਜੇ ਗੱਲ ਕਰੀਏ ਤੇ ਕਾਫੀ ਇਹਨਾਂ ਦਾ ਵੱਡੇ ਪੱਧਰ ਤੇ ਜੀਵਨ ਜਿਹੜਾ ਵਿਚਾਰਿਆ ਮਿਲਦਾ ਹੈ, ਕਿਉਂਕਿ ਸਾਧ ਸੰਗਤ ਇਹਨਾਂ ਦਾ ਜੀਵਨ ਆਰੰਭ ਕਰਨ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਵਿਚਾਰ ਇਹਨਾਂ ਦੇ ਬਾਰੇ ਦੇ ਚੱਲਾਂ ਕਿ ਬਾਬਾ ਫਰੀਦ ਜੀ, ਜਿਵੇਂ ਇੱਕ ਭਗਤੀ ਲਹਿਰ ਹੋਈ ਹੈ ਨਾ ਹਿੰਦੁਸਤਾਨ ਦੇ ਵਿੱਚ, ਭਗਤੀ ਲਹਿਰ ਉੱਠੀ ਹੈ ਤੇ ਉਸ ਭਗਤੀ ਲਹਿਰ ਦੇ ਵਿੱਚ ਜਿਹੜੇ ਹਿੰਦੂ ਭਗਤ ਸਨ, ਉਹਨਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ। ਇਸੇ ਤਰ੍ਹਾਂ ਸਾਧ ਸੰਗਤ ਇਸਲਾਮ ਦੇ ਵਿੱਚ ਇੱਕ ਸੂਫੀ ਮਤ ਮੰਨਿਆ ਗਿਆ, ਸੂਫੀ ਮਤ। ਇਹ ਸੂਫੀ ਮਤ ਦੇ ਜਿਹੜੇ ਭਗਤ ਹੋਏ ਆ, ਉਹਨਾਂ ਨੂੰ ਸੂਫੀ ਜਾਂ ਸ਼ੇਖ ਕਿਹਾ ਜਾਂਦਾ ਸੀ। ਉਹਨਾਂ ਨੂੰ ਜਿਵੇਂ ਬਾਬਾ ਫਰੀਦ ਜੀ ਹੋ ਗਏ, ਬਖਤਿਆਰ ਕਾਕੀ ਜਾਂ ਸੁਹਾਰਵਾਦੀ ਸੰਪਰਦਾ ਦੇ ਮੁਖੀ, ਜਿੰਨੇ ਗਿਆਸੁਦੀਨ, ਜਿੰਨੇ ਵੀ ਹੋਏ ਆ ਸਾਰੇ, ਇਹ ਸਾਰੇ ਜਿਹੜੇ ਸੀ ਇਹ ਸੂਫੀਵਾਦ ਦੇ ਭਗਤ ਕਹਿ ਲਓ, ਭਗਤ ਸਨ ਇਹ। ਉਹਨਾਂ ਦੇ ਵਿੱਚ ਜਿਵੇਂ ਮੈਂ ਫਿਰ ਦੁਹਰਾ ਦੇਵਾਂ, ਹਿੰਦੁਸਤਾਨ ਦੇ ਵਿੱਚ ਜਿਹੜੇ ਧਰਮ ਸਨ, ਇਹਨਾਂ ਧਰਮਾਂ ਦੇ ਵਿੱਚ 3 ਤਰੀਕਿਆਂ ਨੇ ਆਪਾਂ ਆਰੰਭ ਕੀਤਾ ਸੀ ਕਿ ਭਗਤੀ ਦੇ 3 ਤਰੀਕੇ ਹਨ। ਪਹਿਲਾ ਸੀ ਕਿ ਜਿਹਦੇ ਵਿੱਚ ਮਨੁੱਖ ਨੂੰ ਗਿਆਨ ਪ੍ਰਾਪਤੀ ਦੇ ਨਾਲ ਪਰਮੇਸ਼ਰ ਨੂੰ ਮਿਲਦਾ ਰਸਤਾ। ਦੂਸਰਾ ਸੀ ਕਰਮਕਾਂਡ ਤੇ ਤੀਸਰਾ ਸੀ ਭਗਤੀ। ਤੇ ਭਗਤੀ ਆਪਾਂ 2 ਤਰ੍ਹਾਂ ਦੀ ਵਿਚਾਰੀ ਸੀ, ਨਿਰਗੁਣ ਤੇ ਸਰਗੁਣ। ਤੇ ਇਹ ਜਿਹੜੇ ਸੀ ਇਹ ਹਿੰਦੁਸਤਾਨ ਦੇ ਜਿਹੜੇ ਧਰਮ ਸਨ, ਇਹਨਾਂ ਦੇ ਵਿੱਚ ਲੋਕ ਇਹ ਕਰਦੇ ਸੀ, ਭਗਤੀ, ਪਰਮੇਸ਼ਰ ਦਾ ਗੁਣਗਾਨ ਕਰਦੇ ਸੀ। ਤੇ ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਇਸਲਾਮ ਧਰਮ ਦਾ ਜਿਹੜਾ ਸੀ ਜ਼ੋਰ ਪਿਆ ਉਦੋਂ, ਜਦੋਂ ਬਾਬਾ ਫਰੀਦ ਜੀ ਇਸ ਪੰਜਾਬ ਦੀ ਧਰਤੀ ਤੇ ਇਹਨਾਂ ਦਾ ਜਨਮ ਹੋਇਆ। ਉਸ ਤੋਂ ਪਹਿਲਾਂ ਕਾਫੀ ਵੱਡੇ ਪੱਧਰ ਤੇ ਮੁਹੰਮਦ ਗੌਰੀ ਜਿਹੜਾ ਸੀ, ਉਹਨੇ ਪੱਛਮੀ ਪੰਜਾਬ ਦੇ ਜਿਹੜੇ ਕਸਬਿਆਂ ਦੇ ਉੱਤੇ ਜਿਹੜਾ ਮੁਕਰਰ ਹੋ ਗਿਆ ਸੀ, ਪੱਕਾ ਇੱਧਰ ਨੂੰ ਆ ਗਿਆ ਸੀ। ਤੇ ਉਹਦਾ ਕਰਕੇ ਪੱਛਮ ਦੇ ਵਿੱਚੋਂ ਜਿਹੜਾ ਇਸਲਾਮ ਧਰਮ ਉੱਠ ਕੇ ਤੇ ਹਿੰਦੁਸਤਾਨ ਦੀ ਧਰਤੀ ਤੇ ਵਧਿਆ। ਤੇ ਜਦੋਂ ਇਹ ਹਿੰਦੁਸਤਾਨ ਦੀ ਧਰਤੀ ਤੇ ਇਸਲਾਮ ਧਰਮ ਵਧਣਾ ਸ਼ੁਰੂ ਹੋਇਆ ਤੇ ਉਹਦੇ ਨਾਲ ਹੀ ਕੀ ਕੀਤਾ ਕਿ ਇਸਲਾਮ ਦਾ ਇਹ ਕੰਮ ਸੀ ਕਿ ਹਰ ਕਿਸੇ ਨੂੰ ਭਾਵੇਂ ਜਬਰੀ, ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਇਸਲਾਮ 'ਚ ਲੈ ਕੇ ਆਉਣਾ ਬੜਾ ਵੱਡਾ ਪੁੰਨ ਦਾ ਕੰਮ ਮੰਨਿਆ ਜਾਂਦਾ ਸੀ। ਤੇ ਇਸ ਕਰਕੇ ਤਲਵਾਰ ਦੇ ਜ਼ੋਰ ਦੇ ਨਾਲ ਮੁਹੰਮਦ ਗੌਰੀ ਵਰਗਿਆਂ ਨੇ ਜਾਂ ਹੋਰ ਜਿੰਨੇ ਵੀ ਸ਼ਾਸਕ ਹੋਏ, ਕੁਤਬਦੀਨ ਐਬਕ ਵਰਗਿਆਂ ਨੇ ਬੜੇ ਧੱਕੇ ਦੇ ਨਾਲ, ਜ਼ੋਰ ਦੇ ਨਾਲ ਇਸਲਾਮ ਧਰਮ ਨੂੰ ਫੈਲਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਆਰੰਭ ਕਰਦੀਆਂ ਸੀ। ਤੇ ਉਸ ਸਮੇਂ ਫਿਰ ਜਦੋਂ ਇਹ ਵੱਡੇ ਪੱਧਰ ਤੇ ਫੈਲਿਆ ਤੇ ਜਦੋਂ 2 ਸੰਸਕ੍ਰਿਤੀਆਂ ਆਪਸ ਦੇ ਵਿੱਚ ਜੁੜਦੀਆਂ, ਭਾਵ ਇੱਧਰੋਂ ਹਿੰਦੁਸਤਾਨ ਦੇ ਜਿਹੜੇ ਸੀ ਲੋਕ, ਉਹ ਉਹਨਾਂ ਦਾ ਧਰਮ ਹੋਰ ਸੀ, ਉੱਧਰ ਇਸਲਾਮ ਦੇ ਧਰਮ ਦੇ ਲੋਕਾਂ ਦਾ ਹੋਰ ਸੀ। ਤੇ ਉਹ ਜਦੋਂ ਆਪਸ ਦੇ ਵਿੱਚ ਦੋਵੇਂ ਹੀ ਜੁੜੀਆਂ, ਜਿਵੇਂ ਇੱਧਰਲੇ ਜਿਹੜੇ ਸਨ ਹਿੰਦੁਸਤਾਨ ਦੇ ਧਰਮੀ, ਉਹ ਜਦੋਂ ਉਹਨਾਂ ਦਾ ਜੀਵਨ ਵੇਖਿਆ ਇਸਲਾਮ ਵਾਲਿਆਂ ਦਾ, ਤੇ ਇਸਲਾਮ ਵਾਲਿਆਂ ਨੇ ਹਿੰਦੁਸਤਾਨ ਦੇ ਲੋਕਾਂ ਦਾ ਜੀਵਨ ਵੇਖਿਆ ਜਿਹੜੇ ਧਰਮ ਨੂੰ ਮੰਨਦੇ ਸਨ। ਤੇ ਉਹ ਫਿਰ ਕੀ ਹੋਇਆ ਕਿ ਇਹਨਾਂ ਦੇ ਆਪਸ ਦੇ ਵਿੱਚ ਕੁਝ ਇੱਕ ਮਤਭੇਦ ਸ਼ੁਰੂ ਹੋ ਗਏ, ਲੜਾਈਆਂ ਸ਼ੁਰੂ ਹੋ ਗਈਆਂ। ਉਹਦੇ ਨਾਲ ਇੱਕ ਚੰਗੀ ਗੱਲ ਇਹ ਹੋਈ ਕਿ ਜਿਹੜੇ ਮੁਸਲਮਾਨ ਸਨ, ਜਿਹੜੇ ਦਰਿਆ ਦਿਲ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਨੂੰ ਪਾਉਣ ਦੀ ਚਾਹ ਸੀ, ਉਹਨਾਂ ਨੇ ਭਗਤੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਤੇ ਸੂਫੀ ਮਤ ਜਿਹੜਾ ਸੀ ਉਹ ਹੋਂਦ ਵਿੱਚ ਆਇਆ। ਉਹ ਵੀ ਜਿਵੇਂ ਹਿੰਦੂ ਲੋਕ ਪਰਮੇਸ਼ਰ ਦੀ ਭਗਤੀ ਕਰਨ ਦੇ ਵਿੱਚ ਲੱਗੇ ਸਨ, ਪਰਮੇਸ਼ਰ ਦੇ ਨਾਲ ਪਿਆਰ ਦੀਆਂ ਗੱਲਾਂ, ਪਰਮੇਸ਼ਰ ਨੂੰ ਪਿਆਰ ਦੇ ਨਾਲ ਪਾਉਣਾ, ਉਸੇ ਤਰ੍ਹਾਂ ਇਹਨਾਂ ਨੇ ਸ਼ਰ੍ਹਾ ਦੇ ਕਾਨੂੰਨ ਜਿਹੜੇ ਸੀ ਉਹ ਜ਼ਿਆਦਾ ਨਹੀਂ ਮੰਨੇ ਤੇ ਇਹਨਾਂ ਨੇ ਫਿਰ ਆਪਣਾ ਸੂਫੀ ਜਿਹੜੀ ਸੰਪਰਦਾ ਉਹ
शुरू की इस धरती के उत्ते, हिंदुस्तान की धरती ते। सो ये भी एक तरह के भगत सन जिन्होंने आप इस्लामी भगत कह सकते हैं कि जिवें हिंदुस्तान के भगत सन जिहड़े हिंदू धर्म के भगत सन, जिन्हां दे विच आपां पिछले दिनों बड़े वड्डे पद्धर ते गलबात की है, ज्ञानेश्वर जी वर्गे, चैतन्य महाप्रभु वर्गे, फिर उस तो बाद कबीर फरीद जिन्ने भी होए हैं, इन्हां सारियां दे बारे आपां सारी विचार की है। सो ये जिहड़े ये हिंदू धर्म दे विच कह लो पैदा होए, भाव इधर हिंदुस्तान संस्कृति च पैदा होए, ते इन्हां ने सारे जिहड़े सी ब्राह्मणां दे कर्मकांड छड्ड के, ਗਿਆਨ ਨੂੰ ਛੱਡ ਕੇ ਨਾ ਭਗਤੀ ਦਾ ਰਸਤਾ ਅਪਣਾਇਆ ਤੇ ਭਗਤੀ ਭਾਵ ਦੇ ਨਾਲ ਪਰਮੇਸ਼ਰ ਨੂੰ ਪਾਲਿਆ ਇਹਨਾਂ ਨੇ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਸ਼ਰਾ ਬੜੇ ਵੱਡੇ ਪੱਧਰ ਤੇ ਸੀ, ਸੀਆ ਸੁੰਨੀ ਸ਼ਰਾ ਇਹ ਬੜਾ ਇਹ ਮੰਨਦੇ ਸਨ। ਫਿਰ ਉਹਨਾਂ ਦੇ ਵਿੱਚੋਂ ਇੱਕ ਤਬਕਾ ਪੈਦਾ ਹੋਇਆ, ਇੱਕ ਉਹ ਸ਼੍ਰੇਣੀ ਪੈਦਾ ਹੋਈ ਜਿਸ ਸ਼੍ਰੇਣੀ ਨੇ ਪ੍ਰੇਮ ਦੇ ਨਾਲ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ, ਉਸ ਅੱਲਾਹ ਨੂੰ ਜਪਣਾ ਸ਼ੁਰੂ ਕੀਤਾ ਪਿਆਰ ਦੇ ਨਾਲ। ਤੇ ਇਹ ਜ਼ਿਆਦਾਤਰ ਜਿਹੜੇ ਹੋਏ ਆ ਇਹਨਾਂ ਦੇ ਵਿੱਚ ਜਿਹੜਾ ਸੂਫੀ ਸੰਪਰਦਾਵਾਂ ਬੜੇ ਵੱਡੇ ਪੱਧਰ ਤੇ ਹਿੰਦੁਸਤਾਨ ਦੇ ਵਿੱਚ ਫੈਲੀਆਂ। ਤੇ ਉਹਨਾਂ ਦੇ ਵਿੱਚ ਜਿਹੜੀ ਸੀਆਂ ਤਿੰਨ ਸਭ ਤੋਂ ਪ੍ਰਸਿੱਧ ਸੰਪਰਦਾਵਾਂ ਸਨ, ਮੈਂ ਉਹਨਾਂ ਦਾ ਨਾਮ ਲੈ ਦੇਵਾਂ। ਇੱਕ ਸੰਪਰਦਾ ਸੀ ਸੁਹਿਰਵਾਦੀ, ਦੂਸਰੀ ਸੀ ਕਾਦਰੀ ਸੰਪਰਦਾ ਸੂਫੀ, ਤੇ ਤੀਸਰੀ ਜਿਹੜੀ ਸੀ ਉਹ ਚਿਸ਼ਤੀ ਸਿਲਸਿਲਾ ਕਿਹਾ ਜਾਂਦਾ ਸੀ। ਇਹ ਤਿੰਨ ਸੰਪਰਦਾਵਾਂ ਸੂਫੀਆਂ ਦੀਆਂ ਹਿੰਦੁਸਤਾਨ 'ਚ ਬੜੇ ਵੱਡੇ ਪੱਧਰ ਤੇ ਕਾਬਜ਼ ਸਨ ਤੇ ਇਹ ਆਪਣੇ ਆਪਣੇ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ ਇਸਲਾਮ ਵੱਲ ਨੂੰ। ਇਹ ਲੋਕ ਤੇ ਪਰਮੇਸ਼ਰ ਦਾ ਬੜੀ ਭਗਤੀ ਦੇ ਨਾਲ, ਪਿਆਰ ਦੇ ਨਾਲ ਗੁਣਗਾਨ ਗਾਉਂਦੇ ਸੀ। ਤੇ ਇਹਨਾਂ ਵਿੱਚੋਂ ਜਿਹੜਾ ਚਿਸ਼ਤੀ ਸਿਲਸਿਲਾ ਸੀ, ਉਸ ਚਿਸ਼ਤੀ ਸਿਲਸਿਲੇ ਦੇ ਜਿਹੜੇ ਅੱਗੇ ਜਿਨ੍ਹਾਂ ਨੂੰ ਕਹਿ ਲਓ ਗੱਦੀ ਮਿਲੀ, ਇਹਨਾਂ ਨੂੰ ਖਲੀਫਾ ਕਹਿੰਦੇ ਆ, ਉਹ ਸੀ ਬਾਬਾ ਫਰੀਦ ਜੀ ਨੂੰ ਮਿਲੀ। ਫਿਰ ਇਹਨਾਂ ਦੇ ਗਾਂ ਜਿਹੜੇ ਪੈਰੋਕਾਰ ਹੋਏ, ਇਹਨਾਂ ਨੂੰ ਆਪਣੇ ਗੁਰੂ, ਇਹਨਾਂ ਦਾ ਗੁਰੂ ਸੀ ਬਖਤਿਆਰ ਕਾਕੀ, ਉਹਨਾਂ ਦੇ ਪਾਸੋਂ ਇਹਨਾਂ ਨੂੰ ਗੱਦੀ ਮਿਲੀ। ਚਿਸ਼ਤੀ ਸਿਲਸਿਲੇ ਦੀ ਵਾਗਡੋਰ ਇਹਨਾਂ ਹੱਥ ਆਈ। ਫਿਰ ਇਹਨਾਂ ਨੇ ਐਸਾ ਜਿਹੜਾ ਪ੍ਰਚਾਰ ਕੀਤਾ ਇਸਲਾਮ ਦਾ, ਨਾਲ ਆਪ ਵੀ ਗੁਣਗਾਨ ਕੀਤੇ ਕਿ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਸਲਾਮ ਧਰਮ ਬੜੇ ਵੱਡੇ ਪੱਧਰ ਤੇ ਫੈਲੇ। ਸੋ ਇਸ ਤਰ੍ਹਾਂ ਇਹ ਜਿਹੜਾ ਸੂਫੀ ਮਤ ਹੈ, ਉਸ ਸੂਫੀ ਮਤ ਦੇ ਵਿੱਚ ਇਹ ਭਗਤ ਬਾਬਾ ਫਰੀਦ ਜੀ ਆਉਂਦੇ ਆ ਤੇ ਇਹਨਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਕੀਆਂ ਭਗਤਾਂ ਤੋਂ ਅਖੀਰ ਤੇ ਲਿਖੀ ਗਈ ਹੈ। ਇਸ ਕਰਕੇ ਆਪਾਂ ਇਹਨਾਂ ਦੀ ਬਾਣੀ ਅਖੀਰ ਦੇ ਵਿਚਾਰ ਲੱਗੇ ਆ, ਅਖੀਰ ਤੇ ਇਹਨਾਂ ਦੇ ਜੀਵਨ ਦੇ ਬਾਰੇ ਗੱਲਬਾਤ ਕਰਨ ਲੱਗੇ, ਕਿਉਂਕਿ ਅਖੀਰ ਦੇ ਉੱਤੇ ਇਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ। ਸੋ ਆਓ ਆਪਾਂ ਇਹਨਾਂ ਦੇ ਜੀਵਨ ਬਾਰੇ ਥੋੜੀ ਝਾਤ ਮਾਰ ਲਈਏ ਕਿ ਬਾਬਾ ਫਰੀਦ ਜੀ ਦਾ ਜਨਮ ਕਿੱਥੇ ਹੋਇਆ, ਕਿਵੇਂ ਦਾ ਇਹਨਾਂ ਦਾ ਜੀਵਨ ਸੀ। ਇਹਨਾਂ ਦਾ ਸਾਧ ਸੰਗਤ ਜਨਮ ਤਰੀਕ ਜਿਹੜੀ ਆ 1173 ਈਸਵੀ ਮੰਨੀ ਗਈ ਆ। 1173 ਚ ਇਹਨਾਂ ਦਾ ਜਨਮ ਹੋਇਆ ਤੇ 1266 ਚ ਇਹਨਾਂ ਦਾ ਦੇਹਾਂਤ ਹੁੰਦਾ ਹੈ। ਕੁੱਲ 90 ਸਾਲ ਦੀ ਉਮਰ ਇਹਨਾਂ ਨੇ ਜੀਵੀ। 90 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਜਿਹੜਾ ਸੀ ਉਹ ਪਰਮੇਸ਼ਰ ਨੂੰ ਪਾਇਆ, ਗੁਣਗਾਨ ਕੀਤੇ ਤੇ ਲੋਕਾਂ ਨੂੰ ਵੀ ਪਰਮੇਸ਼ਰ ਭਗਤੀ ਵੱਲ ਜਿਹੜਾ ਸੀ ਉਹ ਚੱਲਣ ਵਾਸਤੇ ਕਿਹਾ। ਤੇ ਇਹਨਾਂ ਦੇ ਜਿਹੜੇ ਪਿਤਾ ਸਨ ਉਹਨਾਂ ਦਾ ਨਾਮ ਸੀ ਸ਼ੇਖ ਜਮਾਲੂਦੀਨ, ਤੇ ਇਹਨਾਂ ਦੀ ਮਾਤਾ ਦਾ ਨਾਮ ਜਿਹੜਾ ਸੀ ਉਹ ਮਾਤਾ ਕੁਰਸਮ, ਉਹਨੂੰ ਮਰੀਮ ਵੀ ਕਹਿੰਦੇ ਸੀ ਸਨ। ਮਰੀਮ ਤਾਂ ਕਰਕੇ ਕਹਿੰਦੇ ਸੀ ਕਿਉਂਕਿ ਬੜੇ ਨਰਮ ਦਿਲ ਸਨ, ਪਰਮੇਸ਼ਰ ਦੀ ਭਗਤੀ ਕਰਦੇ ਸਨ। ਇੱਥੋਂ ਤੱਕ ਮੰਨਿਆ ਜਾਂਦਾ ਕਿ ਇਹਨਾਂ ਦੇ ਵਿੱਚ ਕੁਝ ਕਰਾਮਾਤਾਂ ਵੀ ਆ ਗਈਆਂ ਸਨ ਇਹਨਾਂ ਦੀ ਮਾਤਾ ਦੇ ਵਿੱਚ, ਤੇ ਇਸ ਕਰਕੇ ਲੋਕ ਇਹਨਾਂ ਦਾ ਬੜਾ ਸਤਿਕਾਰ ਕਰਦੇ ਸਨ। ਨਰਮ ਦਿਲ ਹੋਣ ਕਰਕੇ ਇਹਨਾਂ ਨੂੰ ਮਰੀਮ ਕਿਹਾ ਜਾਂਦਾ ਸੀ। ਤੇ ਉਹਦਾ ਮਾਤਾ ਦਾ ਨਾਮ ਇਹਨਾਂ ਦਾ ਜਿਹੜਾ ਸੀ ਕੁਰਸਮ ਬੀਬੀ ਕਰਕੇ ਇਤਿਹਾਸ 'ਚ ਲਿਖਿਆ ਹੋਇਆ। ਤੇ ਇਹਨਾਂ ਦੀ ਕੁੱਲ ਬਾਣੀ 116 ਸ਼ਬਦ ਤੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤੇ 2 ਰਾਗਾਂ ਦੇ ਵਿੱਚ ਇਹਨਾਂ ਦੇ 4 ਸ਼ਬਦ ਤੇ ਬਾਕੀ ਦੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਕਿਵੇਂ ਦਾ ਜੀਵਨ ਹੈ, ਆਓ ਆਪਾਂ ਇਹਨਾਂ ਦਾ ਜੀਵਨ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਬਾ ਫਰੀਦ ਜੀ, ਬਾਬਾ ਫਰੀਦ ਜੀ ਕਹਿੰਦੇ ਆ ਕਿ ਇਹਨਾਂ ਦਾ ਜਨਮ ਜਿਹੜਾ ਹੈ ਉਹ ਉਸ ਸਮੇਂ ਪੱਛਮੀ ਪੰਜਾਬ ਦੇ ਵਿੱਚ ਮੁਲਤਾਨ ਸੂਬਾ, ਉੱਥੇ ਇਹਨਾਂ ਦਾ ਜਨਮ ਹੋਇਆ। ਕੋਠੀਵਾਲ ਕਿਹਾ ਜਾਂਦਾ ਜਾਂ ਖੇਤਵਾਲ ਵੀ ਕੁਝ ਕਹਿੰਦੇ ਆ। ਕੋਠੀਵਾਲ ਵਿਖੇ ਪੰਜਾਬ ਦੇ ਸੂਬੇ ਪੱਛਮ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਜਦੋਂ ਬਾਬਾ ਫਰੀਦ ਜੀ ਦੇ ਜਿਹੜੇ ਵੱਡ ਵਡੇਰੇ ਸਨ ਕਾਬਲ ਚੋਂ ਉੱਠ ਕੇ ਇੱਧਰ ਆਏ ਸੀ, ਤੇ ਗਜਨੀ ਦਾ ਜਦੋਂ ਇੱਥੇ ਰਾਜ ਹੋ ਗਿਆ, ਗਜਨਵੀ ਮੁਹੰਮਦ ਗਜਨਵੀ ਦਾ, ਫਿਰ ਜਿਹੜਾ ਸੀ ਇਹ ਇਹਨਾਂ ਦੇ ਵੱਡੇ ਵਡੇਰੇ ਇੱਥੇ ਆ ਕੇ ਵਸ ਗਏ। ਇੱਥੇ ਬਾਬਾ ਫਰੀਦ ਜੀ ਦਾ ਜਿਹੜਾ ਸੀ ਉਹ ਜਨਮ ਹੋਇਆ ਖੇਤਵਾਲ 'ਚ, ਮੁਲਤਾਨ ਦੇ ਇਲਾਕੇ 'ਚ, ਜੋ ਪਾਕਿਸਤਾਨ ਦੇ ਵਿੱਚ ਹੈ ਤੇ ਪੰਜਾਬ ਦਾ ਇਲਾਕਾ ਹੁੰਦਾ ਸੀ। ਇਸ ਕਰਕੇ ਬਾਬਾ ਫਰੀਦ ਜੀ ਸਭ ਤੋਂ ਪਹਿਲੇ ਪੰਜਾਬੀ ਕਵੀ ਵੀ ਹੋਏ ਹਨ। ਇਹ ਗੱਲ ਆਪ ਜੀ ਯਾਦ ਰੱਖਣੀ।
ਬਾਬਾ ਫਰੀਦ ਜੀ ਨੂੰ ਸਭ ਤੋਂ ਪਹਿਲਾ ਪੰਜਾਬੀ ਕਵੀ ਵੀ ਮੰਨਿਆ ਜਾਂਦਾ ਹੈ। ਜਦੋਂ ਆਪ ਜੀ ਪੰਜਾਬੀ ਪੜ੍ਹਨੀ ਸ਼ੁਰੂ ਕਰਦੇ ਹੋ ਸਕੂਲਾਂ ਦੇ ਵਿੱਚ, ਤੇ ਤੁਹਾਨੂੰ ਬਾਬਾ ਫਰੀਦ ਜੀ ਦੇ ਜਿਹੜੇ ਸ਼ਲੋਕ ਉਹ ਤੁਹਾਨੂੰ ਪੜ੍ਹਨ ਵਾਸਤੇ ਮਿਲਦੇ ਆ। ਕਿਉਂਕਿ ਉਹ ਕਹਿੰਦੇ ਆ ਕਿ ਬਾਬਾ ਫਰੀਦ ਜੀ ਪਹਿਲੇ ਪੰਜਾਬੀ ਕਵੀ ਹੋਏ ਹਨ, ਇਸ ਕਰਕੇ ਉਹਨਾਂ ਦੀ ਰਚਨਾ ਪੜ੍ਹਨੀ ਬੜੀ ਵੱਡੀ ਗੱਲ ਹੈ ਪੰਜਾਬੀ ਦੇ ਵਿੱਚ, ਜਦੋਂ ਇਲੈਕਟਿਵ ਪੰਜਾਬੀ ਕਰੀਦੀ ਹੈ। ਸੋ ਆ ਜਾਓ ਆਪਾਂ ਅੱਗੇ ਚੱਲਦੇ ਹਾਂ। ਤੇ ਜਦੋਂ ਇੱਥੇ ਮੁਸਲਮਾਨਾਂ ਦਾ ਰਾਜ ਹੋਇਆ, ਉਸ ਸਮੇਂ ਫਿਰ ਵੱਡੀ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਆਪਸ 'ਚ ਅਣਬਣ ਵੀ ਸ਼ੁਰੂ ਹੋਈ। ਤੇ ਕੁਝ ਇੱਕ ਚੰਗੇ ਵਿਚਾਰ ਇਕੱਠੇ ਕਰਨ ਵਾਲੇ ਹੁੰਦੇ ਆ, ਕੁਝ ਮਾੜੇ ਵਿਚਾਰ ਇਕੱਠੇ ਕਰਨ ਵਾਲੇ ਹੁੰਦੇ ਆ। ਕੁਝ ਜਿਹੜੇ ਭਗਤੀ ਲਹਿਰ ਵਾਲੇ ਸਨ, ਉਹਨਾਂ ਨੇ ਸੂਫੀਆਂ ਦੇ ਕੋਲੋਂ ਚੰਗੇ ਵਿਚਾਰ ਸਿੱਖੇ, ਮੁਸਲਮਾਨਾਂ ਦੇ ਕੋਲੋਂ ਚੰਗੇ ਵਿਚਾਰ ਸਿੱਖੇ। ਤੇ ਕੁਝ ਜਿਹੜੇ ਸੂਫੀ ਸਨ, ਉਹਨਾਂ ਨੇ ਭਗਤੀ ਲਹਿਰ ਵਾਲਿਆਂ ਕੋਲੋਂ ਕੁਝ ਚੰਗੇ ਵਿਚਾਰ ਸਿੱਖੇ। ਇਸ ਤਰ੍ਹਾਂ ਆਪਸ ਦੇ ਵਿੱਚ ਦੋਵੇਂ ਧਰਮ ਟਕਰਾਏ ਆਪਸ ਦੇ ਵਿੱਚ। ਨਾਲੇ ਕੱਟੜਪੰਥੀ ਉਹਨਾਂ ਨੇ ਕੱਟੜਤਾ ਲੈ ਲਈ, ਪਰ ਜਿਹੜੇ ਸੁਹੇਰਵਾਦੀ ਸਨ, ਜਿਨ੍ਹਾਂ ਦੇ ਵਿੱਚ ਰਹੱਸਵਾਦ, ਪ੍ਰਮਾਤਮਾ ਨੂੰ ਪਾਉਣ ਦੀਆਂ ਗੱਲਾਂ ਸਨ, ਉਹਨਾਂ ਨੇ ਫਿਰ ਆਪਸ ਦੇ ਵਿੱਚ ਕਈ ਗੱਲਾਂ ਜਿਹੜੀਆਂ ਸ਼ੇਅਰ ਕਰਕੇ ਪਰਮੇਸ਼ਰ ਨੂੰ ਪਾਉਣ ਦੀ ਭਗਤੀ ਦਾ ਰਾਹ ਜਿਹੜਾ ਉਹ ਲੱਭ ਲਿਆ। ਇਸ ਤਰ੍ਹਾਂ ਜਿਹੜੇ ਸੂਫੀ ਸਨ, ਉਹਨਾਂ ਦਾ ਇੱਕ ਖਾਸ ਇਸਲਾਮਿਕ ਜਿਹੜਾ ਤਬਕਾ ਸੀ, ਇਹਨਾਂ ਦਾ ਕੰਮ ਕੀ ਸੀ? ਰਹੱਸਵਾਦੀ ਬੰਦੇ ਸਨ ਤੇ ਖੁਦਾ ਨੂੰ ਜਿਹੜੀ ਸੀ ਬੁਨਿਆਦੀ ਏਕਤਾ ਤੇ ਬਲ ਦਿੰਦੇ ਸੀ। ਤੇ ਇਸਲਾਮ ਵਿੱਚ ਉਦਾਰਵਾਦੀ ਸਰੂਪ ਦੇ ਤੇ ਸ਼ਰਈ ਕੱਟੜਤਾ ਵੱਲੋਂ ਰੱਬੀ ਪਿਆਰ ਨੂੰ ਮੁੱਖ ਮੰਨਦੇ ਸਨ, ਜਿਨ੍ਹਾਂ ਨੂੰ ਇਹ ਇਸ਼ਕ ਹਕੀਕੀ ਕਹਿੰਦੇ ਸੀ ਕਿ ਮਨੁੱਖ ਦਾ ਜੀਵਨ ਉੱਚਾ ਸੁੱਚਾ ਹੋਵੇ ਤੇ ਮਨੁੱਖ ਰੱਬ ਦੇ ਨਾਲ ਇਸ਼ਕ ਕਰੇ, ਰੱਬ ਦੇ ਨਾਲ ਪਿਆਰ ਕਰੇ, ਜਿਹਨੂੰ ਇਹ ਪਿਆਰ ਦੇ ਨਾਲ ਇਸ਼ਕ ਹਕੀਕੀ ਕਹਿ ਕੇ ਕਹਿੰਦੇ ਸਨ। ਇਸ਼ਕ ਹਕੀਕੀ ਭਾਵ ਪਰਮੇਸ਼ਰ ਦੇ ਨਾਲ ਮਨੁੱਖ ਪਿਆਰ ਪਾਵੇ। ਸ਼ਰਾਂ ਦੀ ਕੱਟੜਤਾ ਵੱਲੋਂ ਇਹ ਬਿਲਕੁਲ ਖਤਮ ਸਨ ਤੇ ਸਾਰਿਆਂ ਦੇ ਵਿੱਚ ਇੱਕ ਖੁਦਾ ਵਸਦਾ, ਇਸ ਗੱਲ ਨੂੰ ਇਹ ਬਿਆਨ ਕਰਦੇ ਸਨ ਕਿ ਸਾਰਿਆਂ ਦੇ ਵਿੱਚ ਇੱਕ ਹੀ ਰੱਬ ਵਸ ਰਿਹਾ ਹੈ। ਤੇ ਇਸੇ ਸਮੇਂ ਦੇ ਵਿੱਚ 1173 ਚ ਖੇਤਵਾਲ ਮੁਲਤਾਨ ਜ਼ਿਲ੍ਹੇ ਦੇ ਵਿੱਚ ਬਾਬਾ ਫਰੀਦ ਜੀ ਦਾ ਜਨਮ ਹੁੰਦਾ ਹੈ। ਤੇ ਇਹਨਾਂ ਦੀ ਮਾਤਾ ਦਾ ਨਾਮ ਜਿਹੜਾ ਸੀ ਉਹ ਕਰਸੂਮ ਬੀਬੀ ਕਰਕੇ ਮੰਨਿਆ ਗਿਆ ਤੇ ਲੋਕ ਇਹਨਾਂ ਨੂੰ ਮਰੀਮ ਕਰਕੇ ਜਾਣਦੇ ਸਨ, ਕਿਉਂਕਿ ਇਹ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਵਾਲੇ ਸਨ। ਇਹ ਵੀ ਮੰਨਿਆ ਜਾਂਦਾ ਕਿ ਇਹਨਾਂ ਦੇ ਕੋਲ ਕੁਝ ਨਿਰਾਲੀਆਂ ਸ਼ਕਤੀਆਂ ਵੀ ਸਨ, ਜਿਹਦਾ ਕਰਕੇ ਸਾਰੇ ਲੋਕ ਇਹਨਾਂ ਦਾ ਬੜਾ ਸਤਿਕਾਰ ਕਰਦੇ ਸਨ। ਤੇ ਇਹਨਾਂ ਦੇ ਪਿਤਾ ਦਾ ਜਿਹੜਾ ਦੇਹਾਂਤ ਹੈ ਉਹ ਇਹਨਾਂ ਦੀ ਛੋਟੀ ਉਮਰ 'ਚ ਹੋ ਗਿਆ। ਬਾਬਾ ਫਰੀਦ ਜੀ ਦੀ ਉਮਰ ਛੋਟੀ ਸੀ, ਉਸ ਸਮੇਂ ਹੀ ਇਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਕੋਈ 18 ਸਾਲ ਦੀ ਉਮਰ ਹੋਵੇਗੀ ਜਦੋਂ ਬਾਬਾ ਫਰੀਦ ਜੀ ਦਾ ਦੇਹਾਂਤ ਹੋਇਆ। ਤੇ ਇਹਨਾਂ ਦੀ ਮਾਤਾ ਨੇ, ਬੀਬੀ ਕਰਸੂਮ ਨੇ ਇਹਨਾਂ ਨੂੰ ਪੜ੍ਹਾਇਆ, ਵਿਦਿਆ ਜਿਹੜੀ ਉਹ ਦਵਾਈ। ਤੇ 15 ਸਾਲ ਦੀ ਉਮਰ ਦੇ ਵਿੱਚ ਬਾਬਾ ਫਰੀਦ ਜੀ ਨੇ ਹੱਜ ਯਾਤਰਾ ਕਰ ਲਈ ਸੀ। ਤੇ ਹੱਜ ਯਾਤਰਾ 15 ਸਾਲ ਦੀ ਛੋਟੀ ਉਮਰ 'ਚ ਕਰਨ ਦਾ ਕਰਕੇ ਇਹਨਾਂ ਨੂੰ ਹਾਜੀ ਦੀ ਪਦਵੀ ਜਿਹੜੀ ਉਹ ਪ੍ਰਾਪਤ ਹੋ ਗਈ। ਫਿਰ ਇਹਨਾਂ ਨੇ ਕੁਰਾਨ ਮਜੀਦ ਜਿਹੜੀ ਸੀ ਉਹ ਮੌਲਾਨਾ ਅਬੂ ਹਾਜਰ ਦੇ ਕੋਲੋਂ ਇਹਨਾਂ ਨੇ ਕੁਰਾਨ ਸ਼ਰੀਫ ਪੜ੍ਹਿਆ। ਤੇ ਫਿਰ ਉਹਨੂੰ ਪੜ੍ਹ ਕੇ ਤੇ ਇਹਨਾਂ ਨੂੰ ਫਿਰ ਹਾਫਿਜ਼ ਦੀ ਪਦਵੀ ਜਿਹੜੀ ਉਹ ਪ੍ਰਾਪਤ ਹੋਈ। ਹਾਫਿਜ਼ ਉਹਨੂੰ ਕਿਹਾ ਜਾਂਦਾ ਜਿਹਨੂੰ ਸਾਰੀ ਕੁਰਾਨ ਜ਼ੁਬਾਨੀ ਯਾਦ ਹੋ ਜੇ। ਇਹਨਾਂ ਨੂੰ ਹਾਫਿਜ਼ ਦੀ ਪਦਵੀ ਪ੍ਰਾਪਤ ਹੋਈ ਜਦੋਂ ਇਹਨਾਂ ਨੇ ਪੂਰਾ ਕੁਰਾਨ ਪੜ੍ਹ ਕੇ ਤੇ ਉਹਨੂੰ ਕੰਠ ਕਰ ਲਿਆ, ਯਾਦ ਕਰ ਲਿਆ। ਤੇ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤੇ ਮੰਨਿਆ ਜਾਂਦਾ ਕਿ ਬਾਬਾ ਫਰੀਦ ਜੀ ਦੇ 3 ਵਿਆਹ ਹੋਏ ਆ। ਤੇ ਇੱਕ ਵਿਆਹ ਦੇ ਬਾਰੇ ਜਿਹੜਾ ਆ ਉਹ ਇਹ ਗੱਲ ਪ੍ਰਚਾਰੀ ਜਾਂਦੀ ਆ, ਗਾਥਾ ਵੀ ਜੁੜਦੀ ਹੈ ਕਿ ਬਾਬਾ ਫਰੀਦ ਜੀ ਦਾ ਇੱਕ ਵਿਆਹ ਜਿਹੜਾ ਹੈ ਉਹ ਜਿਹੜਾ ਦਿੱਲੀ ਦਾ ਹਾਕਮ ਬਲਬਨ ਹੋਇਆ, ਉਹਦੇ ਜਿਹੜੀ ਪੁੱਤਰੀ ਹੈ ਬਾਦਸ਼ਾਹ ਬਲਬਨ ਦੀ, ਦਿੱਲੀ ਦੇ ਹਾਕਮ ਦੀ ਪੁੱਤਰੀ, ਉਹਦੇ ਨਾਲ ਹੋਇਆ ਸੀ। ਤੇ ਜਦੋਂ ਵਿਆਹ ਹੋਇਆ ਸੀ ਇਹ ਬੜਾ ਕੁਝ ਲੈ ਕੇ ਆਈ ਸੀ ਨਾਲ। ਇਹਦੇ ਪਿਓ ਨੇ ਬੜੇ ਗਿਫਟ ਦਿੱਤੇ ਸੀ, ਸੋਨੇ ਦੇ ਹਾਰ, ਦੂਜਾ ਤੀਜਾ ਬੜਾ ਕੁਝ ਲੈ ਕੇ ਆਈ ਆ ਆਪਣੇ ਪਤੀ ਵਾਸਤੇ ਘਰ ਦੇ ਵਿੱਚ। ਤੇ ਕਹਿੰਦੇ ਜਦੋਂ ਰਾਤ ਸੌਣਾ ਸੀ ਤੇ ਬਾਬਾ ਫਰੀਦ ਜੀ ਜਿਸ ਪਲੰਗਾ ਵੀ ਨਾਲ ਹੀ ਲੈ ਕੇ ਆਈ ਸੀ ਦਾਜ ਦੇ ਵਿੱਚ, ਤੇ ਪਲੰਗੇ ਤੇ ਇਹ ਪੈ ਗਈ ਇਹਨਾਂ ਦੀ ਪਤਨੀ। ਤੇ ਆਪ ਬਾਬਾ ਫਰੀਦ ਜੀ ਹੇਠਾਂ ਹੀ ਜਿਹੜੇ ਇਹਨਾਂ ਦੇ ਕੋਲ ਜਿਹਨੂੰ ਤੱਪੜ ਕਹਿ ਦਿੰਦੇ ਆ ਪੱਲੀ ਜੀ ਸੀ, ਉਹ ਵਿਛਾ ਕੇ ਹੇਠਾਂ ਹੀ ਸੌਂ ਗਏ। ਤੇ ਇਹ ਬੀਬੀ ਉੱਠੀ ਰਾਤ ਨੂੰ, ਇਹਨੇ ਕਿਹਾ ਪਤੀ ਜੀ ਤੁਸੀਂ ਬੈੱਡ ਤੇ ਕਿਉਂ ਨਹੀਂ ਸੌਂਦੇ? ਉਹਨਾਂ ਨੇ ਕਿਹਾ ਮੈਂ ਤੇਰੇ ਨਾਲ ਵਿਆਹ ਕਰਾਇਆ, ਮੈਂ ਕਿਸੇ ਇਹਨਾਂ ਬੈੱਡਾਂ ਦੇ ਨਾਲ ਜਾਂ ਇਹਨਾਂ ਪਲੰਗਿਆਂ ਦੇ ਨਾਲ ਵਿਆਹ ਨਹੀਂ ਕਰਾਇਆ ਜੋ ਤੇਰੇ ਪਿਓ ਨੇ ਇੰਨਾ ਕੋਈ ਤੈਨੂੰ ਲੈ ਕੇ ਭੇਜਤਾ। ਇਹ ਤੇਰੇ ਵਾਸਤੇ ਆਏ ਆ, ਤੈਨੂੰ ਮੁਬਾਰਕ, ਤੂੰ ਇਹਨਾਂ ਤੇ ਸੌਂ ਜੋ ਮਰਜ਼ੀ ਕਰ, ਪਰ ਮੈਂ ਨਹੀਂ ਇਹਨਾਂ ਤੇ ਸੌਂ ਸਕਦਾ। ਸੋ ਇਸ ਤਰ੍ਹਾਂ ਇਹਨਾਂ ਨੇ ਆਪਣੀ ਪਤਨੀ ਨੂੰ ਗੱਲ ਕਹੀ ਸੀ। ਫਿਰ ਇਹਦੀ ਪਤਨੀ ਨੇ ਅਗਲੇ ਦਿਨ ਸਵੇਰੇ ਉੱਠਦਿਆਂ ਹੀ ਸਾਰਾ ਜਿੰਨਾ ਵੀ ਸਮਾਨ, ਗਹਿਣਾ ਗੱਟਾ, ਜੋ ਵੀ ਕੁਛ ਆਇਆ ਸੀ ਉਹ ਸਾਰਾ ਕੁਛ ਆਪਣੇ ਪਿਤਾ ਨੂੰ ਜਿਹੜਾ ਕਹਿ ਕੇ ਤੇ ਵਾਪਸ ਭੇਜ ਦਿੱਤਾ ਸੀ ਕਿ ਮੈਂ ਇਹ ਨਹੀਂ ਲੈਣਾ, ਜਿਵੇਂ ਮੇਰੇ ਪਤੀ ਹੁਕਮ ਕਰਨਗੇ ਮੈਂ ਉਵੇਂ ਹੀ ਰਹਿਣਾ। ਤੇ ਇਸ ਤਰ੍ਹਾਂ ਇਹਨਾਂ ਨੇ ਆਪਣੀ ਪਤਨੀ ਦੇ ਨਾਲ ਜੀਵਨ ਬਤੀਤ ਕੀਤਾ। ਬੜੇ ਸਿਦਕ ਦੇ ਨਾਲ ਇਹਨਾਂ ਦੀ ਪਤਨੀ ਨੇ ਇਹਨਾਂ ਦਾ ਜਿਹੜਾ ਹੈ ਉਹ ਸਾਥ ਦਿੱਤਾ। ਉਹਨਾਂ ਦੇ ਉੱਤੋਂ ਇਹਨਾਂ ਦੀਆਂ ਇੱਕ ਜਿਹੜਾ ਸੀ 5 ਪੁੱਤਰ
ਤੇ 3 ਧੀਆਂ ਨੇ ਜਿਹੜਾ ਜਨਮ ਲਿਆ ਬਾਬਾ ਫਰੀਦ ਜੀ ਦੀ ਇਸ ਪਤਨੀ ਤੋਂ। ਤੇ ਫਿਰ ਇਹ ਪਾਕਪਟਨ ਪਾਕਿਸਤਾਨ ਦੇ ਵਿੱਚ ਚਲੇ ਗਏ ਬਾਬਾ ਫਰੀਦ ਜੀ। ਪਾਕਪਟਨ ਪਾਕਿਸਤਾਨ ਦੇ ਵਿੱਚ ਹੈ। ਇੱਥੇ ਜਾ ਕੇ ਇਹਨਾਂ ਨੇ ਕੜੀ ਜਿਹੜੀ ਸਾਧਨਾ ਕੀਤੀ, ਬੜੇ ਤਪ ਕੀਤੇ, ਬੜਾ ਇਹਨਾਂ ਨੇ ਪਿਆਰ ਦੇ ਨਾਲ ਭਗਤੀ ਕੀਤੀ। ਇੱਥੋਂ ਤੱਕ ਵੀ ਇਹਨਾਂ ਦਾ ਜੰਗਲ 'ਚ ਜਾ ਕੇ ਤਪ ਕਰਨ ਵਾਲਾ ਜਿਹੜਾ ਘਟਨਾਕ੍ਰਮ ਉਹ ਵੀ ਸਾਹਮਣੇ ਆਉਂਦਾ ਕਿ ਬੜਾ ਇਹਨਾਂ ਨੇ ਤਪ ਕੀਤਾ। ਤੇ ਇੱਕ ਦਿਨ ਤਪ ਕੀਤਾ ਤੇ ਚਿੜੀਆਂ ਰੌਲਾ ਪਾਉਣ ਲੱਗ ਗਈਆਂ, ਜੋ ਇਹਨਾਂ ਨਾਲ ਘਟਨਾ ਜੁੜਦੀ ਹੈ। ਤੇ ਇਹਨਾਂ ਨੇ ਕਿਹਾ ਚਿੜੀਓ ਮਰ ਜਾਓ, ਚਿੜੀਆਂ ਮਰ ਗਈਆਂ। ਤੇ ਇਹਨਾਂ ਕਹਿ ਲੈ, ਫਿਰ ਇਹਨਾਂ ਨੇ ਆਵਾਜ਼ ਦਿੱਤੀ ਚਿੜੀਓ ਜੀਪੋ, ਤੇ ਚਿੜੀਆਂ ਉੱਠ ਕੇ ਉੱਡ ਪਈਆਂ। ਤੇ ਇਹਨਾਂ ਸੋਚਿਆ ਵੀ ਲੱਗਦਾ ਹੁਣ ਮੈਨੂੰ ਜਿਹੜਾ ਪ੍ਰਾਪਤ ਹੋ ਗਿਆ ਤਪ ਦਾ ਫਲ। ਤੁਰ ਪਿਆ ਵਾਪਸ ਘਰ ਨੂੰ। ਰਸਤੇ 'ਚ ਇੱਕ ਔਰਤ ਮਿਲੀ ਹੈ ਜਿਹੜੀ ਖੂਹ 'ਚੋਂ ਪਾਣੀ ਕੱਢ ਕੱਢ ਡੋਲੀ ਜਾਂਦੀ ਹੈ। ਤੇ ਉਸ ਔਰਤ ਨੂੰ ਕਿਹਾ ਕਿ ਮੈਨੂੰ ਪਾਣੀ ਪਿਆ। ਉਹਨੇ ਪਿਆਇਆ ਨਾ, ਤੇ ਥੋੜਾ ਜਿਹਾ ਗੁੱਸੇ ਜਿਹੇ 'ਚ ਹੋਏ। ਜਦੋਂ ਗੁੱਸੇ ਹੋਏ ਤੇ ਇਹਨਾਂ ਨੇ ਕਿਹਾ, ਜਿਹੜੀ ਔਰਤ ਸੀ ਉਹਨੇ ਕਿਹਾ ਬਾਬਾ ਜੀ ਇਹ ਇਸ ਤਰ੍ਹਾਂ ਨਾ ਕਰੋ, ਇਹ ਮੈਂ ਉਹ ਨਹੀਂ ਹੈ ਕਿ ਚਿੜੀਓ ਮਰ ਜਾਓ ਤੇ ਚਿੜੀਓ ਜੀਪੋ। ਤੇ ਔਰਤ ਨੇ ਕਿਹਾ ਕਿ ਬਾਬਾ ਫਰੀਦ ਨੇ ਕਿਹਾ ਤੈਨੂੰ ਕਿਵੇਂ ਪਤਾ ਲੱਗਾ ਜਦੋਂ ਕਿ ਜੰਗਲ 'ਚ ਮੈਂ ਇਕੱਲਾ ਸੀ, ਤੇ ਨਾਲੇ ਤੂੰ ਵਾਰ-ਵਾਰ ਪਾਣੀ ਡੋਲੀ ਜਾਨੀ ਹੈ ਥੱਲੇ, ਮੈਨੂੰ ਕਿਉਂ ਨਹੀਂ ਪਾਣੀ ਪਿਆਉਂਦੀ। ਤੇ ਫਿਰ ਉਹਨੇ ਜਲ ਛਕਾਇਆ। ਤੇ ਫਿਰ ਉਹਨੇ ਕਿਹਾ ਵੀ ਤੈਨੂੰ ਇਹ ਸ਼ਕਤੀ ਕਿੱਥੋਂ ਪ੍ਰਾਪਤ ਹੋਈ। ਬਾਬੇ ਫਰੀਦ ਨੇ ਕਿਹਾ ਕਿ ਬੀਬਾ ਤੈਨੂੰ ਇਹ ਗੱਲ ਕਿਵੇਂ ਪਤਾ ਲੱਗੀ, ਇਹ ਸ਼ਕਤੀ ਕਿੱਥੋਂ ਪ੍ਰਾਪਤ ਹੋਈ ਹੈ ਤੇ ਪਾਣੀ ਕਿਹਨੂੰ ਨੂੰ ਦੇਣੀ ਪਈ ਆ। ਉਹਨੇ ਕਿਹਾ ਕਿ ਮੈਂ ਜਿਹੜਾ ਪਾਣੀ ਆ ਆਪਣੇ ਘਰ ਦੇ ਵਿੱਚ ਅੱਗ ਲੱਗੀ ਆ, ਉਹਨੂੰ ਬੁਝਾਉਣ ਵਾਸਤੇ ਪਾਣੀ ਜਿਹੜੀ ਹੈ ਕੱਢ ਕੇ ਡੋਲ ਰਹੀ ਆ। ਉਹਨੇ ਕਿਹਾ ਤੇਰੇ ਘਰ ਦੀ ਅੱਗ ਬੁੱਝੇਗੀ। ਉਹਨੇ ਕਿਹਾ ਹਾਂ ਬੁੱਝ ਜਾਏਗੀ। ਤੇ ਬਾਬੇ ਫਰੀਦ ਨੇ ਕਿਹਾ ਕਿੱਥੋਂ ਤੈਨੂੰ ਸ਼ਕਤੀ ਪ੍ਰਾਪਤ ਹੋਈ। ਉਹਨੇ ਕਿਹਾ ਕਿ ਇਹ ਮੈਨੂੰ ਆਪਣੇ ਪਤੀ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੋਈ ਹੈ। ਫਿਰ ਬਾਬਾ ਫਰੀਦ ਜੀ ਨੇ ਸੋਚਿਆ ਕਿ ਲੈ ਤਪ ਕਰਨ ਦੇ ਨਾਲ ਕੁਝ ਪ੍ਰਾਪਤ ਨਹੀਂ ਹੋਣਾ, ਜੇ ਪ੍ਰਾਪਤ ਹੋਏਗਾ ਤੇ ਪ੍ਰਭੂ ਪ੍ਰੀਤਮ ਪਤੀ ਦੀ ਉਸ ਅੱਲਾ ਦੀ ਬੰਦਗੀ ਕਰਨ ਦੇ ਨਾਲ, ਉਹਨੂੰ ਜਪਣ ਦੇ ਨਾਲ ਕੁਝ ਪ੍ਰਾਪਤ ਹੋ ਸਕਦਾ। ਇਹ ਗੱਲ ਜਿਹੜੀ ਸੀ ਇਹਨਾਂ ਨੇ ਉੱਥੋਂ ਸਿੱਖੀ ਇਸ ਔਰਤ ਦੇ ਕੋਲੋਂ। ਤੇ ਫਿਰ ਪਰਮੇਸ਼ਰ ਨੂੰ ਜਿਹੜਾ ਸੀ ਉਹ ਯਾਦ ਕਰਨਾ ਸ਼ੁਰੂ ਕੀਤਾ। ਕਰੜੀ ਘਾਲਣਾ ਘਾਲੀ। ਫਿਰ ਉਸ ਤੋਂ ਬਾਅਦ ਇਹ ਬਗਦਾਦ ਚਲੇ ਗਏ ਆ, ਭਗਤੀ ਦੇ ਪਿਆਰ ਦੇ ਵਿੱਚ ਰੰਗੇ ਹੋਏ। ਬਗਦਾਦ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਆ ਅਬਦੁਲ ਕਾਦਰ ਜਿਲਾਨੀ, ਜੋ ਕਾਦਰੀ ਸੰਪਰਦਾ ਦੇ ਮੁਖੀ ਸਨ। ਅਬਦੁਲ ਕਾਦਰ ਜਿਲਾਨੀ ਸੂਫੀ ਜਿਹੜੀਆਂ 3 ਸੰਪਰਦਾਵਾਂ ਮੈਂ ਹੁਣੇ ਗੱਲ ਕੀਤੀ ਹੈ, ਉਹਨਾਂ ਦੇ ਵਿੱਚੋਂ ਕਿ ਕਾਦਰੀ ਸੰਪਰਦਾ ਸੀ, ਉਹਦੇ ਮੁਖੀ ਸਨ ਅਬਦੁਲ ਕਾਦਰ ਜਿਲਾਨੀ। ਉਹਨਾਂ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ। ਫਿਰ ਉੱਥੇ ਹੀ ਸਨ ਸ਼ੇਖ ਸ਼ਰਾਬੁਦੀਨ ਸੁਹਾਰਵਾਦੀ, ਇਹ ਵੀ ਸੰਪਰਦਾ ਹੈ ਸੂਫੀ, ਇਹਨਾਂ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ। ਫਿਰ ਖਵਾਜਾ ਮਈਉਦੀਨ ਚਿਸ਼ਤੀ ਤੇ ਸ਼ੇਖ ਕਿਰਸਾਨੀ, ਇਹ ਚਿਸ਼ਤੀ ਸੰਪਰਦਾ ਨਾਲ ਸੰਬੰਧ ਰੱਖਣ ਵਾਲੇ ਸਨ। ਇਹਨਾਂ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ। ਉਹਨਾਂ ਦੇ ਕੋਲ ਇਹਨਾਂ ਨੇ ਸੂਫੀ ਮਤ ਦੇ ਕਾਫੀ ਗੁਣ ਸਿੱਖੇ ਬਾਬਾ ਫਰੀਦ ਜੀ ਨੇ। ਇਹਨਾਂ ਤਿੰਨਾਂ ਦੇ ਕੋਲੋਂ ਬੜੇ ਵੱਡੇ ਪੱਧਰ ਤੇ ਇਹਨਾਂ ਨੇ ਜਿਹੜਾ ਸੀ ਸੂਫੀ ਮਤ ਦਾ ਉਹਨਾਂ ਦੇ ਕੋਲੋਂ ਗੁਣ ਸਿੱਖਿਆ। ਤੇ ਫਿਰ ਇਹਨਾਂ ਨੇ ਵਾਪਸ ਸੰਗੀਤ, ਉਦਾਰਤਾ, ਇਨਸਾਨੀਅਤ, ਇਹ ਸਾਰਾ ਕੁਝ ਚਿਸ਼ਤੀ ਸੰਪਰਦਾ ਦੇ ਵਿੱਚੋਂ ਇਹਨਾਂ ਨੇ ਸਿੱਖਿਆ। ਫਿਰ ਚਿਸ਼ਤੀ ਸੰਪਰਦਾ ਦੇ ਨਾਲ ਹੀ ਇਹ ਪੱਕੇ ਤੌਰ ਤੇ ਜੁੜ ਗਏ। ਇਹਨਾਂ ਨੂੰ ਚਿਸ਼ਤੀ ਸੰਪਰਦਾ ਜਿਹੜੀ ਪਸੰਦ ਆਈ, ਉਹਦੇ ਨਾਲ ਹੀ ਇਹ ਜੁੜ ਗਏ। ਤੇ ਇਹਨਾਂ ਨੇ ਆਪਣਾ ਜਿਹੜਾ ਪ੍ਰਚਾਰ ਦਾ ਕੇਂਦਰ ਸੀ ਉਹ ਅਜੋਧਨ ਪਾਕਪਟਨ ਬਣਾਇਆ। ਪਾਕਪਟਨ ਪਾਕਿਸਤਾਨ ਦੇ ਵਿੱਚ ਉੱਥੇ ਇਹ ਰਹੇ ਤੇ ਉੱਥੇ ਹੀ ਫਿਰ ਇਹਨਾਂ ਨੇ ਪ੍ਰਚਾਰ ਕੀਤਾ ਸੂਫੀਵਾਦ ਦਾ। ਇਹਨਾਂ ਨੇ ਆਪਣੇ ਪੀਰਾਂ ਤੇ ਮੁਰਸ਼ਿਦਾਂ ਦੇ ਕਹਿਣ ਤੇ 18 ਸਾਲ ਤੱਕ ਇਹਨਾਂ ਨੇ ਗਜਨੀ, ਬਗਦਾਦ, ਸੀਰੀਆ, ਈਰਾਨ ਆਦਿ ਜਿਹੜੇ ਇਸਲਾਮੀ ਮੁਲਕ ਸਨ ਉਹਨਾਂ ਦੇ ਵਿੱਚ ਜਾ ਕੇ ਗੇੜਾ ਮਾਰਿਆ। ਤੇ ਨਾਲੇ ਇਹਨਾਂ ਨੇ ਉੱਥੇ ਸੂਫੀ ਮਤ ਦਾ ਪ੍ਰਚਾਰ ਕੀਤਾ ਸਾਰੀ ਜਗ੍ਹਾ ਦੇ ਉੱਤੇ। ਜਿਹੜੇ ਉਸ ਸਮੇਂ ਦੇ ਕੱਟੜ ਮੁਸਲਮਾਨ ਸਨ ਉਹਨਾਂ ਨੂੰ ਪਰਮੇਸ਼ਰ ਦੀ, ਅੱਲਾ ਦੀ ਅਸਲੀ ਭਗਤੀ ਦਾ ਰਾਹ ਇਹਨਾਂ ਨੇ ਦਿਖਾਇਆ। ਤੇ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੰਨੀ ਪ੍ਰਸਿੱਧੀ ਬਾਬਾ ਫਰੀਦ ਜੀ ਨੂੰ ਹਾਸਲ ਹੋ ਗਈ ਸੀ ਕਿ ਸੀਰੀਅਲ ਔਲੀਆ ਕਿਤਾਬ ਦੇ ਲੇਖਕ ਨੇ ਗੱਲ ਲਿਖੀ ਹੈ ਕਿਰਿਆਨੀ ਨੇ ਕਿ ਇਹ ਪੀਰਾਂ ਦੇ ਪੀਰ ਸਨ। ਬਾਬਾ ਫਰੀਦ ਜੀ ਪੀਰਾਂ ਦੇ ਪੀਰ ਕਹਿ ਕੇ ਉਹਨਾਂ ਨੇ ਵਡਿਆਇਆ ਇਹਨਾਂ ਨੂੰ। ਤੇ ਫਿਰ ਮੱਕੇ ਦੀ ਹੱਜ ਦੀ ਯਾਤਰਾ ਕਰਨ ਤੋਂ ਬਾਅਦ ਇਹ ਮੁਲਤਾਨ ਆਏ ਆ। ਤੇ ਮੁਲਤਾਨ ਜਿਹੜਾ ਸੀ ਇਹ ਪ੍ਰਸਿੱਧ ਸੀ ਉਸ ਸਮੇਂ, ਕਿਉਂਕਿ ਇੱਥੇ ਵੱਖ-ਵੱਖ ਜਿੰਨੇ ਵੀ ਸੂਫੀ ਸਨ ਤੇ ਜਿੰਨੇ ਵੀ ਹੋਰ ਮੁਸਲਮਾਨ ਸਨ ਇੱਥੇ ਆ ਕੇ ਇਕੱਠੇ ਹੋਇਆ ਕਰਦੇ ਸਨ, ਧਾਰਮਿਕ ਲੋਕ। ਇੱਥੇ ਇਹਨਾਂ ਦਾ ਮਿਲਾਪ, ਇਹਨਾਂ ਦੇ ਗੁਰੂ ਜਿਨ੍ਹਾਂ ਦੇ ਨਾਲ ਸਿੱਖਿਆ ਲਈ ਆ, ਸੂਫੀ ਫਕੀਰ ਖਵਾਜਾ ਬਖਤਿਆਰ ਕਾਕੀ, ਉਹਨਾਂ ਦੇ ਨਾਲ ਇਹਨਾਂ ਦੀ ਭੇਂਟ ਹੋਈ ਆ। ਉਹਨਾਂ ਨੂੰ ਮਿਲੇ, ਇੰਨਾ ਕੁ ਉਹਨਾਂ ਤੋਂ ਪ੍ਰਭਾਵਿਤ ਹੋ ਗਏ ਤੇ ਉਹਨਾਂ ਦੇ ਨਾਲ ਦਿੱਲੀ ਆ ਗਏ ਆ। ਬਾਬਾ ਫਰੀਦ ਜੀ, ਬਖਤਿਆਰ ਕਾਕੀ ਜੀ ਦਿੱਲੀ ਦੇ ਰਹਿਣ ਵਾਲੇ ਸਨ। ਇੱਥੇ ਉਹਨਾਂ ਨੇ ਪ੍ਰਚਾਰ ਕੀਤਾ ਸੀ ਇਸ ਸੰਪਰਦਾ ਦਾ, ਚਿਸ਼ਤੀ ਦਾ। ਤੇ ਬਖਤਿਆਰ ਕਾਕੀ ਜੀ ਜਿਹੜੇ ਸੀ ਉਹ ਚਿਸ਼ਤੀ ਸੰਪਰਦਾ ਦੇ ਉਸ ਸਮੇਂ ਮੁਖੀ ਸਨ। ਤੇ ਉਹਨਾਂ ਦੇ ਨਾਲ ਹੀ ਇਹ ਇੱਥੇ ਆ ਗਏ ਨੇ, ਆਪਣਾ ਵਾਹਿਗੁਰੂ ਦਿੱਲੀ ਆ ਗਏ ਨੇ ਬਾਬਾ ਫਰੀਦ ਜੀ। ਤੇ ਦਿੱਲੀ ਆਣ ਕੇ ਇੱਥੇ ਪੱਕੇ ਤੌਰ ਤੇ ਰਹੇ। ਇੱਥੇ ਹੀ ਫਿਰ ਬਾਬਾ ਫਰੀਦ ਜੀ ਨੂੰ
ਜਿਹੜਾ ਸੀ ਬਖਤਿਆਰ ਕਾਕੀ ਦਿੱਲੀ ਲਿਆ ਕੇ ਇਹਨਾਂ ਨੂੰ ਇੱਥੇ ਰਖਾਇਆ ਤੇ ਇੱਥੇ ਇਹਨਾਂ ਨੇ ਲੰਬੇ ਫਾਕੇ ਕੱਟੇ, ਗਰੀਬੀ ਧਾਰਨ ਕੀਤੀ, ਰੋਜ਼ੇ ਨਿਵਾਜ ਸ਼ਰ੍ਹਾ ਦਾ ਜੀਵਨ ਬਤੀਤ ਕੀਤਾ, ਸਬਰ ਸੰਤੋਖ ਦੇ ਨਾਲ ਇਹਨਾਂ ਨੇ ਆਪਣੇ ਦਿਨ ਕੱਢੇ ਆ ਤੇ ਇੱਥੇ ਸਾਧਨ ਇਹਨਾਂ ਦੇ ਸਫਲ ਹੋਏ ਤੇ ਬਖਤਿਆਰ ਕਾਕੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਬਾਬਾ ਫਰੀਦ ਜੀ ਨੂੰ ਜਿਹੜਾ ਖਲੀਫਾ ਮਿਲ ਗਿਆ, ਭਾਵ ਉਹਨਾਂ ਦੀ ਗੱਦੀ ਬਾਬਾ ਫਰੀਦ ਜੀ ਨੂੰ ਮਿਲ ਗਈ। ਸੋ ਇੱਥੇ ਇੱਕ ਬੜੀ ਸੁੰਦਰ ਘਟਨਾ ਹੁੰਦੀ, ਮੈਂ ਉਹਦਾ ਜ਼ਿਕਰ ਕਰਕੇ ਅੱਗੇ ਚੱਲਾਂ ਕਿ ਜਦੋਂ ਕਹਿੰਦੇ ਕਿ ਇੱਕ ਵਾਰੀ ਬਖਤਿਆਰ ਕਾਕੀ ਜਿਹੜੇ ਇਹਨਾਂ ਦੇ ਗੁਰੂ ਹੋਏ ਆ, ਉਹਨਾਂ ਨੇ ਬਾਬਾ ਫਰੀਦ ਜੀ ਨੂੰ ਇੱਕ ਨਾ ਅਨਾਰ ਦਿੱਤਾ। ਕਹਿੰਦੇ ਕਿ ਪੁੱਤਰ ਆਲੇ ਫੜ ਅਨਾਰ, ਹੋਰ ਵੀ ਸਾਰੇ ਬੈਠੇ ਸਨ, ਕਹਿੰਦੇ ਪੁੱਤਰ ਆਲੇ ਫੜ ਅਨਾਰ ਤੇ ਸਾਰਿਆਂ ਨੂੰ ਵੰਡ ਦੇ ਤੇ ਨਾਲੇ ਆਪ ਖਾ ਲੈ। ਬਖਤਿਆਰ ਕਾਕੀ ਨੇ ਦਿੱਤਾ ਤੇ ਬਾਬੇ ਫਰੀਦ ਨੇ ਕੀ ਕੀਤਾ ਵੀ ਉਹ ਜਿਹੜਾ ਅਨਾਰ ਸੀ ਉਹ ਲੈ ਲਿਆ, ਲੈ ਕੇ ਅਨਾਰ ਤੇ ਇਹਨਾਂ ਨੇ ਸਾਰਿਆਂ ਦੇ ਵਿੱਚ ਕਿਸੇ ਨੂੰ 2 ਦਾਣੇ, ਕਿਸੇ ਨੂੰ 1 ਦਾਣਾ, ਇਸੇ ਤਰ੍ਹਾਂ ਵੰਡ ਦਿੱਤਾ ਤੇ ਆਪਣੇ ਵਾਸਤੇ 1 ਦਾਣਾ ਰਹਿ ਗਿਆ ਸੀ, ਉਹ ਖਾਣ ਲੱਗੇ ਤੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਤੇ ਚੁੱਕਿਆ ਜ਼ਮੀਨ ਤੋਂ ਤੇ ਆਪਣੇ ਕਮੀਜ਼ ਦੇ ਨਾਲ, ਆਪਣੇ ਕੱਪੜੇ ਦੇ ਨਾਲ ਪੂੰਝ ਕੇ ਤੇ ਉਹੀ ਮੂੰਹ 'ਚ ਪਾ ਲਿਆ ਦਾਣਾ ਅਨਾਰ ਦਾ। ਤੇ ਕਹਿੰਦੇ ਕਿ ਜਦੋਂ ਉਹ ਦਾਣਾ ਅਨਾਰ ਦਾ ਆਪਣੇ ਮੂੰਹ ਦੇ ਵਿੱਚ ਪਾਇਆ ਤੇ ਬਾਬੇ ਫਰੀਦ ਦੇ ਕਵਾੜ ਖੁੱਲ ਗਏ, ਸਾਰਾ ਗਿਆਨ ਹੋ ਗਿਆ, ਜਿੰਨਾ ਵੀ ਗਿਆਨ ਸੀ ਨਾ ਪਰਮੇਸ਼ਵਰ ਦਾ, ਅਕਾਲ ਪੁਰਖ ਦਾ, ਅੱਲਾ ਦਾ, ਉਹ ਸਾਰਾ ਹੀ ਗਿਆਨ ਬਾਬੇ ਫਰੀਦ ਨੂੰ ਹੋ ਗਿਆ। ਤੇ ਜਦੋਂ ਗਿਆਨ ਹੋਇਆ ਬੜਾ ਆਨੰਦ ਆਇਆ ਤੇ ਇੱਕਦਮ ਸੋਚ ਜਿਹੜੀ ਫੁਰੀ ਕਿ ਫਰੀਦਾ, ਜੇ ਤੂੰ ਕੱਲਾ ਹੀ ਇਹ ਸਾਰਾ ਅਨਾਰ ਖਾ ਲੈਂਦਾ ਤੇ ਫਿਰ ਤੈਨੂੰ ਕਿੰਨਾ ਗਿਆਨ ਹੋਣਾ ਸੀ, ਇਹ ਸੋਚ। ਜਦੋਂ ਇਹ ਸਵਾਲ ਆਇਆ ਨਾ ਮਨ ਦੇ ਵਿੱਚ ਤੇ ਬਖਤਿਆਰ ਕਾਕੀ ਹੁਣ ਜਾਣੀ ਜਾਣ ਸਨ, ਉਹਨਾਂ ਨੇ ਕਿਹਾ ਕਿ ਪੁੱਤਰ ਅਸਲ 'ਚ ਨਾ ਕੋਈ ਵਿਰਲਾ ਟਾਵਾਂ ਹੀ ਦਾਣਾ ਹੁੰਦਾ ਜਿਹਦੇ ਵਿੱਚ ਪਰਮੇਸ਼ਰ ਹੋਵੇ, ਇਹ ਨਹੀਂ ਕਿ ਹਰ ਕਿਸੇ ਨੂੰ ਇਹ ਪ੍ਰਾਪਤੀ ਹੋ ਜੇ, ਇਹ ਕਿਸੇ ਵਿਰਲੇ ਟਾਵੇਂ ਦੇ ਵਿੱਚ ਹੀ ਗੁਣ ਹੁੰਦਾ ਇਹੋ ਜਿਹਾ। ਤੇ ਫਿਰ ਬਾਬੇ ਫਰੀਦ ਨੇ ਜਾਣ ਲਿਆ ਵੀ ਹਾਂ, ਉਹ ਵਿਰਲਾ ਟਾਵਾਂ ਮੈਂ ਹੀ ਇਕੱਲਾ ਹਾਂ ਜਿਹਦੇ ਵਿੱਚ ਪਰਮੇਸ਼ਰ ਨੂੰ ਪਾਉਣ ਦਾ ਗੁਣ ਹੈ। ਫਿਰ ਇਹਨਾਂ ਨੇ ਚਿਸ਼ਤੀ ਸਿਲਸਿਲੇ ਦੀ ਵਾਗਡੋਰ ਜਿਹੜੀ ਸੀ ਬਾਬਾ ਫਰੀਦ ਜੀ ਦੇ ਹੱਥ ਆਈ ਤੇ ਬਾਬਾ ਫਰੀਦ ਜੀ ਨੇ ਇੱਥੇ ਚਿਸ਼ਤੀ ਸੰਪਰਦਾ ਨੂੰ ਵੱਡੇ ਪੱਧਰ ਦੇ ਉੱਤੇ ਫੈਲਾਇਆ। ਵੱਡੇ ਪੱਧਰ ਦੇ ਉੱਤੇ 12 ਸਾਲ ਬਾਬਾ ਸ਼ੇਖ ਫਰੀਦ ਜੀ ਨੇ ਜਿਹੜਾ ਸੀ ਇੱਥੇ ਰਹਿ ਕੇ ਚਿਸ਼ਤੀ ਸੰਪਰਦਾ ਦਾ ਵਾਂਗਡੋਰ ਸੰਭਾਲੀ, ਪ੍ਰਚਾਰ ਕੀਤਾ। ਫਿਰ ਇੱਥੋਂ ਵਾਪਸ ਪਾਕਪਟਨ ਚਲੇ ਗਏ ਤੇ ਪਾਕਪਟਨ ਤੋਂ ਹਾਸੀ, ਜਿਹਨੂੰ ਹਿਸਾਰ ਕਹਿੰਦੇ ਆ, ਉੱਥੇ ਜਾ ਕੇ ਇਹਨਾਂ ਨੇ ਜਾ ਕੇ ਤੇ ਇਸ ਨੂੰ ਸਥਾਪਿਤ ਕੀਤਾ ਹੈ ਸੂਫੀ ਸੰਪਰਦਾ ਨੂੰ, ਚਿਸ਼ਤੀ ਸਿਲਸਿਲੇ ਨੂੰ। ਤੇ ਕਹਿੰਦੇ ਆ ਕਿ ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਕਾ ਕੇ ਜਿਹੜਾ ਸੀ ਉਹ ਇੱਥੇ ਬੜੀ ਪ੍ਰਸਿੱਧੀ ਮਿਲੀ। ਸ਼ੱਕਰਗੰਜ ਕਿਉਂ ਕਿਹਾ ਜਾਂਦਾ ਸੀ, ਇਹਦੀ ਇਹਨਾਂ ਦੇ ਨਾਲ 2 ਤਰ੍ਹਾਂ ਦੇ ਨਾਲ ਵਿਦਵਾਨ ਮੰਨਦੇ ਆ। ਪਹਿਲੀ ਗੱਲ ਇਹ ਮੰਨਦੇ ਆ ਕਿ ਜਦੋਂ ਬਚਪਨ ਦੀ ਇੱਕ ਘਟਨਾ ਕਿ ਇਹਨਾਂ ਦੀ ਮਾਤਾ ਜੀ ਜਦੋਂ ਇਹਨਾਂ ਨੂੰ ਕਹਿੰਦੇ ਸਨ ਕਿ ਪਰਮੇਸ਼ਰ ਦਾ ਨਾਂ ਲਈਏ, ਜਦੋਂ ਨਵਾਜ਼ ਪੜ੍ਹੀਏ ਤੇ ਪਰਮੇਸ਼ਰ ਸ਼ੱਕਰ ਦਿੰਦਾ ਹੈ, ਤੇ ਫਿਰ ਇਹਨਾਂ ਨਵਾਜ਼ ਪੜ੍ਹਨੀ ਸ਼ੁਰੂ ਕੀਤੀ ਤੇ ਮਾਤਾ ਇਹਨਾਂ ਦੀ ਚੋਰੀ, ਇਹਨਾਂ ਦੀ ਜਿਹੜਾ ਹੁੰਦਾ ਮਸੱਲਾ ਜਿਹਨੂੰ ਵਿਛਾ ਕੇ ਤੇ ਨਵਾਜ਼ ਪੜ੍ਹਦੇ ਆ, ਉਹਦੇ ਹੇਠਾਂ ਸ਼ੱਕਰ ਰੱਖ ਦਿੰਦੇ ਸੀ ਤੇ ਉਹ ਸ਼ੱਕਰ ਜਿਹੜਾ ਸੀ ਫਰੀਦ ਜੀ ਖਾ ਲੈਂਦੇ ਸੀ ਨਵਾਜ਼ ਪੜ੍ਹਨ ਤੋਂ ਬਾਅਦ। ਤੇ ਕਹਿੰਦੇ ਅੱਲਾ ਨੇ ਭੇਜੀ ਸ਼ੱਕਰ। ਇੱਕ ਦਿਨ ਐਸਾ ਆਇਆ ਕਿ ਮਾਤਾ ਜੀ ਬਾਹਰ ਚਲੇ ਗਏ, ਕੰਮ ਸੀ ਜ਼ਰੂਰੀ, ਤੇ ਮਗਰੋਂ ਫਰੀਦ ਜੀ ਨੇ ਜਿਹੜਾ ਸੀ ਕਹਿੰਦੇ ਕਿ ਸ਼ੱਕਰ ਨਹੀਂ ਮਿਲੀ ਤੇ ਉਹ ਮੰਨਿਆ ਜਾਂਦਾ ਕਿ ਕਹਿੰਦੇ ਪਰਮੇਸ਼ਰ ਨੇ ਉਹ ਸ਼ੱਕਰ ਰੱਖੀ। ਜਦੋਂ ਉਹ ਛਕੀ ਸ਼ੱਕਰ ਤੇ ਸਾਰੇ ਕਵਾੜ ਖੋਲ੍ਹੇ, ਆਨੰਦ ਆ ਗਿਆ ਤੇ ਮਾਤਾ ਨੇ ਆਣ ਕੇ ਪੁੱਛਿਆ, ਪੁੱਤਰ ਨਵਾਜ਼ ਪੜ੍ਹੀ ਸੀ? ਕਹਿੰਦੇ ਹਾਂਜੀ ਮਾਤਾ ਜੀ ਨਵਾਜ਼ ਵੀ ਪੜ੍ਹੀ ਸੀ, ਪਰ ਅੱਜ ਜਿਹੜੀ ਸ਼ੱਕਰ ਮੈਂ ਖਾਧੀ ਆ ਨਾ, ਉਹ ਸ਼ੱਕਰ ਦਾ ਕੋਈ ਮੁੱਲ ਹੀ ਨਹੀਂ ਹੈਗਾ, ਉਹ ਸ਼ੱਕਰ ਹੀ ਇੰਨੀ ਸਵਾਦ ਸੀ, ਉਹ ਤੁਹਾਡੀ ਸ਼ੱਕਰ ਨਾਲੋਂ ਵੀ ਬੜੀ ਸਵਾਦ ਸੀ ਜਿਹੜੀ ਤੁਸੀਂ ਮੈਨੂੰ ਦਿੰਦੇ ਸੀ। ਤੇ ਐਸਾ ਫਿਰ ਇਹਨਾਂ ਨੂੰ ਲੱਗਣ ਲੱਗੀ, ਫਿਰ ਇਹਨਾਂ ਨੂੰ ਸ਼ੱਕਰਗੰਜ ਕਹਿ ਕੇ ਮਸ਼ਹੂਰ ਹੋਏ। ਫਿਰ ਉਸ ਤੋਂ ਬਾਅਦ ਇਹਨਾਂ ਨੇ ਗੁਰਬਾਣੀ 'ਚ ਵੀ ਇਹ ਗੱਲ ਲਿਖੀ ਆ ਕਿ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਇਹ ਵੀ ਗੱਲ ਲਿਖੀ ਹੈ। ਸੋ ਉਸ ਤੋਂ ਬਾਅਦ ਦੂਸਰੀ ਘਟਨਾ ਇਹ ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਜੀ ਦੀ ਬੋਲਬਾਣੀ ਇੰਨੀ ਕੁ ਮਿੱਠੀ ਸੀ ਕਿ ਉਹਨੇ ਮੁਸਲਮਾਨ ਇਹ ਤਲਵਾਰ ਦੇ ਜ਼ੋਰ ਦੇ ਨਾਲ ਬਲਬੰਨੇ ਨਹੀਂ ਸੀ ਬਣਾਏ, ਉਹਨੇ ਮੁਸਲਮਾਨ ਜਿਹੜਾ ਮੁਹੰਮਦ ਗੌਰੀ ਵਰਗਿਆਂ ਨੇ ਨਹੀਂ ਬਣਾਏ ਸੀ, ਜਿੰਨੇ ਮੁਸਲਮਾਨ ਬਾਬਾ ਫਰੀਦ ਜੀ ਨੇ ਆਪਣੀ ਜ਼ੁਬਾਨ ਦੇ ਰਸ ਨਾਲ ਬਣਾਤੇ ਸੀ। ਇੰਨੇ ਲੋਕ ਬਾਬਾ ਫਰੀਦ ਜੀ ਦੀ ਇਸ ਚਿਸ਼ਤੀ ਸੰਪਰਦਾ ਦੇ ਨਾਲ ਜੁੜ ਗਏ ਸੀ, ਇੰਨੇ ਲੋਕ, ਇੰਨੀ ਇਹਨਾਂ ਦੀ ਮਿੱਠੀ ਜ਼ੁਬਾਨ ਸੀ, ਇੰਨੇ ਪਿਆਰ ਦੇ ਨਾਲ ਇਹ ਪ੍ਰਚਾਰ ਕਰਦੇ ਸਨ। ਸੋ ਫਿਰ ਕਹਿੰਦੇ ਕਿ ਇੰਨਾ ਵੱਡੇ ਪੱਧਰ ਤੇ ਪ੍ਰਚਾਰ ਹੋਇਆ, ਜਿਹੜੀ ਕਾਦਰੀ ਤੇ ਸੁਹੇਰਵਾਦੀ ਸੰਪਰਦਾ ਸੀ ਸੂਫੀਆਂ ਦੀ, ਉਹ ਥੋੜ੍ਹੀਆਂ ਮੱਧਮ ਪੈ ਗਈਆਂ, ਪਰ ਚਿਸ਼ਤੀ ਸਿਲਸਿਲਾ ਜਿਹੜਾ ਸੀ ਉਹ ਬੜੇ ਵੱਡੇ ਪੱਧਰ ਤੇ ਪ੍ਰਚਾਰਿਆ ਜਾਣ ਲੱਗਾ। ਫਿਰ ਉਸ ਤੋਂ ਬਾਅਦ ਚਿਸ਼ਤੀ ਸਿਲਸਿਲਾ ਜਿਹੜਾ ਸੀ, ਬਾਬਾ ਫਰੀਦ ਜੀ ਨੇ ਆਪਣਾ ਇਹਨਾਂ ਦਾ ਚੇਲਾ ਸੀ, ਉਹਦਾ ਨਾਮ ਸੀ ਸ਼ੇਖ ਨਿਜ਼ਾਮੁਦੀਨ ਔਲੀਆ, ਉਹਨੂੰ ਇਹ ਸਾਰੀ ਵਾਗਡੋਰ ਸੰਭਾਲੀ
ਤੇ ਫਿਰ ਇਸ ਸੰਪਰਦਾ ਨੂੰ ਟੀਸੀ ਤੇ ਲੈ ਗਿਆ ਸੀ ਸ਼ੇਖ ਨਿਜ਼ਾਮੁਦੀਨ ਔਲੀਆ। ਬੜੇ ਵੱਡੇ ਪੱਧਰ ਤੇ ਚਿਸ਼ਤੀ ਸਿਲਸਿਲੇ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਪਾਕਿਸਤਾਨ ਦੇ ਵਿੱਚ ਇਹ ਸਿਲਸਿਲਾ ਬੜੇ ਵੱਡੇ ਪੱਧਰ ਤੇ ਫੈਲਿਆ। ਤੇ ਇਹ ਜਿਹੜਾ ਚਿਸ਼ਤੀ ਸੰਪਰਦਾ ਸੀ, ਇਹਦੇ ਬਾਰੇ ਥੋੜੀ ਜੀ ਗੱਲ ਕਰ ਲਈਏ। ਇਹ ਖਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਸੀ ਚਿਸ਼ਤੀ ਸਿਲਸਿਲਾ ਸੂਫੀਆਂ ਦਾ। ਤੇ ਇਹ ਫਿਰ ਜਦੋਂ ਬਾਬਾ ਫਰੀਦ ਜੀ ਦੇ ਕੋਲ ਆਇਆ ਤੇ ਬਾਬਾ ਫਰੀਦ ਜੀ ਨੇ ਫਿਰ ਇਹਨੂੰ ਬੜੇ ਵੱਡੇ ਪੱਧਰ ਤੇ ਪ੍ਰਚਾਰਿਆ। ਤੇ 14 ਸਾਲ ਇਹ ਚਿਸ਼ਤੀ ਦੇ ਵਿੱਚ ਹੀ ਰਹੇ ਸਨ। ਜਿਹੜੇ ਖਵਾਜਾ ਮੋਈਉਦੀਨ ਚਿਸ਼ਤੀ ਸਨ, 14ਵੇਂ ਮੁਖੀ ਇਹਨਾਂ ਦੇ, ਉੱਥੇ ਰਹੇ, ਪੁਸ਼ਤਾਂ ਉਹਨਾਂ ਦੀਆਂ ਉੱਥੇ ਰਹੀਆਂ। ਇਸ ਕਰਕੇ ਇਹਨੂੰ ਬਾਅਦ ਵਿੱਚ ਚਿਸ਼ਤੀ ਸਿਲਸਿਲਾ ਕਹਿਣਾ ਸ਼ੁਰੂ ਕਰ ਦਿੱਤਾ। ਤੇ ਫਿਰ ਇਹਨਾਂ ਨੇ ਜਿਹੜੀ ਮੋਈਉਦੀਨ ਚਿਸ਼ਤੀ ਨੇ ਇਹ ਸੰਪਰਦਾ ਦੀ ਵਾਂਗਡੋਰ ਜਿਹੜੀ ਸੀ ਉਹ ਬਖਤਿਆਰ ਕਾਕੀ ਦੇ ਹੱਥ ਵਿੱਚ ਦਿੱਤੀ, ਕੁਤਬਦੀਨ ਬਖਤਿਆਰ ਕਾਕੀ। ਇਹਨਾਂ ਨੇ ਫਿਰ ਅੱਗੇ ਇਹ ਸਾਰੀ ਜਿਹੜੀ ਸੀ ਇਹ ਵਾਂਗਡੋਰ ਬਾਬਾ ਫਰੀਦ ਦੇ ਹੱਥ ਦਿੱਤੀ। ਫਿਰ ਬਾਬੇ ਫਰੀਦ ਨੇ ਅੱਗੇ ਆਪਣੇ ਔਲੀਆ ਜਿਹੜਾ ਸੀ ਉਹਨੂੰ ਇਹਦੀ ਵਾਂਗਡੋਰ ਦਿੱਤੀ। ਇਸ ਤਰ੍ਹਾਂ ਬਾਬਾ ਫਰੀਦ ਜੀ ਜਿਹੜਾ ਸੀ ਇਸ ਚਿਸ਼ਤੀ ਸਿਲਸਿਲੇ ਦੇ ਮੁਖੀ ਹੋ ਕਰਕੇ ਇਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ। ਤੇ ਦਿੱਲੀ ਵਿੱਚ ਇਹਨਾਂ ਦੀ ਬੜੀ ਆਇਓ ਭਗਤ ਹੁੰਦੀ ਸੀ। ਦਿੱਲੀ ਦੇ ਵਿੱਚ, ਦਿੱਲੀ 'ਚ ਬੜਾ ਪਿਆਰ ਸੀ ਇਹਨਾਂ ਨੂੰ। ਤੇ ਸੁਲਤਾਨ ਬਲਬਨ ਉਸ ਸਮੇਂ ਸੀ ਤੇ ਉਹਨੇ ਆਪਣੀ ਧੀ ਦਾ ਰਿਸ਼ਤਾ ਬਾਬਾ ਫਰੀਦ ਜੀ ਨੇ, ਜਿਵੇਂ ਆਪਾਂ ਪਿੱਛੇ ਗੱਲ ਕਰ ਰਹੇ ਹਾਂ, ਬਾਬਾ ਫਰੀਦ ਜੀ ਨਾਲ ਕੀਤਾ। ਤੇ ਬਾਬਾ ਫਰੀਦ ਜੀ ਨੇ ਰਿਸ਼ਤਾ ਤੇ ਕਰ ਲਿਆ, ਪਰ ਕੀਮਤੀ ਤੋਹਫੇ ਜਿਹੜੇ ਉਹ ਨਾ ਲਏ। ਤੇ ਇਸ ਤਰ੍ਹਾਂ ਬਾਬਾ ਫਰੀਦ ਜੀ ਨੇ ਜਿਹੜਾ ਸੀ ਆਪਣੇ ਇਸ ਜੋ ਚਿਸ਼ਤੀ ਸਿਲਸਿਲੇ ਨੂੰ ਵੀ ਅੱਗੇ ਵਧਾਇਆ ਤੇ ਨਾਲ ਰੱਬ ਦੀ ਪ੍ਰੇਮਾ ਭਗਤੀ ਨੂੰ ਬੜੇ ਵੱਡੇ ਪੱਧਰ ਤੇ ਇਹਨਾਂ ਨੇ ਪ੍ਰਚਾਰਿਆ। ਤੇ ਮੰਨਿਆ ਜਾਂਦਾ ਬਾਬਾ ਫਰੀਦ ਜੀ ਸਬਰ ਸੰਤੋਖ ਵਾਲੇ ਇਨਸਾਨ ਸਨ। ਤੇ ਇੱਕ ਵਾਰੀ ਕਹਿੰਦੇ ਕਿ ਜਦੋਂ ਸ਼ਮਸ਼ਦੀਨ ਸ਼ਰੀਫ ਮੁਲਤਾਨ ਤੇ ਹਮਲਾ ਕਰਨ ਦੇ ਲਈ ਆਇਆ ਤੇ ਉਦੋਂ ਇਹ ਇਹਨਾਂ ਦੇ ਕੋਲ ਅਜੋਧਨ ਪਾਕ ਪਟਨ ਆਇਆ ਸੀ। ਤੇ ਇਹਨਾਂ ਦੇ ਦਰਸ਼ਨ ਕਰਕੇ ਇੰਨਾ ਕੁ ਪ੍ਰਸੰਨ ਹੋਇਆ ਕਿ ਉਹਨੇ ਜਿਹੜਾ ਸੀ ਬਾਬੇ ਫਰੀਦ ਦੇ ਆਪਣੇ ਵਜ਼ੀਰ ਦੇ ਹੱਥ ਬਾਬੇ ਫਰੀਦ ਦੇ ਵਾਸਤੇ ਕਿੰਨੀ ਸਾਰੀ ਜਿਹੜੀ ਅਸੀਂ ਧਨ ਦੌਲਤ ਭੇਜੀ ਤੇ ਨਾਲ 4 ਪਿੰਡਾਂ ਦਾ ਇਹਨਾਂ ਨੇ ਜਗੀਰ ਦਾ ਜਿਹੜਾ ਅਸੀਂ ਪਰਵਾਨਾ ਭੇਜਿਆ ਕਿ 4 ਪਿੰਡਾਂ ਦੀ ਜ਼ਮੀਨ ਤੁਹਾਡੇ ਨਾਮ ਲਾਉਣੇ ਆ। ਪਰ ਬਾਬੇ ਫਰੀਦ ਨੇ ਕਿਹਾ ਸੀ ਕਿ ਜਿਹੜੀ ਦੌਲਤ ਸੀ ਉਹ ਗਰੀਬਾਂ 'ਚ ਵੰਡਤੀ ਤੇ ਜਿਹੜੀ ਪਰਵਾਨਾ ਭੇਜਿਆ ਸੀ 4 ਜਗੀਰਾਂ ਦਾ, ਉਹ ਕਹਿ ਦਿੱਤਾ ਸੀ ਮੈਂ ਨਹੀਂ ਲੈਣਾ, ਤੂੰ ਤੇ ਕਿਸੇ ਗਰੀਬ ਨੂੰ ਦੇ ਦੇ। ਇਸ ਤਰ੍ਹਾਂ ਫਿਰ ਉਹੀ ਜਿਹੜਾ ਸੀ ਜਿਹਨੂੰ ਕਿਹਾ ਜਾਂਦਾ ਸੀ ਸ਼ਮਸ਼ਦੀਨ ਉੱਚ ਸ਼ਰੀਫ, ਇਹੀ ਫਿਰ ਅੱਗੇ ਜਾ ਕੇ ਸੁਲਤਾਨ ਗਿਆਸੁਦੀਨ ਬਲਬਨ ਬਣਿਆ, ਜਿਹਦੀ ਲੜਕੀ ਦੇ ਨਾਲ ਬਾਬਾ ਫਰੀਦ ਜੀ ਦੀ ਸ਼ਾਦੀ ਹੋਈ। ਤੇ ਬਾਬਾ ਫਰੀਦ ਜੀ ਇੰਨੇ ਸਾਦਗੀ ਤੇ ਇੰਨੇ ਪਿਆਰ ਵਾਲੇ ਸਨ, ਨੇਕ ਸੁਭਾਅ ਦੇ ਸਨ ਤੇ ਬੜੀ ਸਾਦਗੀ ਦੇ ਨਾਲ ਆਪਣਾ ਜੀਵਨ ਜਿਹੜਾ ਬਤੀਤ ਕਰਦੇ ਸਨ। ਤੇ ਇੱਕ ਵਾਰੀ ਕਹਿੰਦੇ ਇਹਨਾਂ ਦੇ ਕੋਲ ਇੱਕ ਸਿਫਾਰਿਸ਼ ਆ ਗਈ ਕਿ ਭਾਈ ਤੁਸੀਂ ਜਿਹੜਾ ਗਿਆਸੁਦੀਨ ਜਿਹੜਾ ਹੈ ਬਲਬਨ, ਉਹਦੀ ਲੜਕੀ ਨਾਲ ਤੁਹਾਡਾ ਵਿਆਹ ਹੋਇਆ ਤੇ ਤੁਸੀਂ ਕਿਰਪਾ ਕਰੋ ਕਿ ਕਿਸੇ ਦੀ ਕੋਈ ਸਿਫਾਰਿਸ਼ ਸੀ ਕਿ ਉਹਦੇ ਤੱਕ ਮੇਰੀ ਸਿਫਾਰਿਸ਼ ਕਰ ਦਿਓ। ਤੇ ਬਾਬਾ ਫਰੀਦ ਜੀ ਨੇ ਲਿਖ ਕੇ ਭੇਜਿਆ ਸੀ ਕਿ ਭਾਈ ਇਸ ਫਲਾਣੇ ਫਲਾਣੇ ਬੰਦੇ ਦਾ ਆਹ ਕੰਮ ਹੈ ਤੇ ਜੇ ਤੂੰ ਕਰ ਦੇਵੇਂਗਾ ਤੇ ਮੈਂ ਇਹ ਸਮਝਾਂਗਾ ਕਿ ਅੱਲਾ ਨੇ ਕਰ ਦਿੱਤਾ, ਤੇ ਜੇ ਤੁਸੀਂ ਨਹੀਂ ਕਰੋਗੇ ਇਹ ਕੰਮ ਤੇ ਮੈਂ ਸਮਝ ਲਵਾਂਗਾ ਕਿ ਅੱਲਾ ਨੇ ਇਹ ਕੰਮ ਨਹੀਂ ਕੀਤਾ। ਇਸ ਕਰਕੇ ਜੇ ਤੁਹਾਡੀ ਰਜ਼ਾ, ਤੁਹਾਡਾ ਹੁਕਮ ਨਹੀਂ ਹੈ, ਇਹ ਅੱਲਾ ਦਾ ਹੁਕਮ ਹੈ, ਜਿਵੇਂ ਅੱਲਾ ਚਾਹੁੰਦਾ ਹੈ ਉਵੇਂ ਹੀ ਹੋਵੇਗਾ, ਸੋ ਤੁਸੀਂ ਇਹਦੇ ਵਿੱਚ ਆਪਣੇ ਆਪ ਨੂੰ ਜਿਹੜਾ ਮਜਬੂਰ ਨਾ ਕਰਨਾ। ਇਸ ਤਰ੍ਹਾਂ ਲਿਖ ਕੇ ਭੇਜਿਆ ਸੀ। ਸੋ ਇਹ ਤੋਂ ਪਤਾ ਲੱਗਦਾ ਕਿ ਬਾਬਾ ਫਰੀਦ ਜੀ ਪਰਮੇਸ਼ਰ ਦੇ ਵਿੱਚ ਕਿੰਨਾ ਪਿਆਰ ਤੇ ਕਿੰਨਾ ਉਹਨਾਂ ਦੇ ਵਿੱਚ ਪਰਮੇਸ਼ਰ 'ਚ ਇਹ ਇਤਫਾਕ ਰੱਖਦੇ ਸਨ। ਇਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਬਾਬਾ ਫਰੀਦ ਜੀ ਨੂੰ ਕਿ ਸਭ ਤੋਂ ਸਿਆਣਾ ਕੌਣ ਹੈ, ਸਭ ਤੋਂ ਸਿਆਣਾ ਮਨੁੱਖ ਕੌਣ ਹੈ, ਬਾਬਾ ਫਰੀਦ ਜੀ ਨੂੰ ਪੁੱਛਿਆ ਗਿਆ। ਤੇ ਬਾਬਾ ਫਰੀਦ ਜੀ ਨੇ ਕਿਹਾ ਸਭ ਤੋਂ ਸਿਆਣਾ ਜਿਹੜਾ ਹੈ ਉਹ ਮਨੁੱਖ ਹੈ ਜਿਹੜਾ ਗੁਨਾਹਾਂ ਤੋਂ ਦੂਰ ਰਹਿੰਦਾ, ਜਿਹੜਾ ਗੁਨਾਹ ਨਹੀਂ ਕਰਦਾ। ਤੇ ਫਿਰ ਇਹਨਾਂ ਨੂੰ ਕਿਹਾ ਕਿ ਸਭ ਤੋਂ ਅਕਲਮੰਦ ਕੌਣ ਹੈ, ਤੇ ਬਾਬਾ ਫਰੀਦ ਜੀ ਨੇ ਕਿਹਾ ਸਭ ਤੋਂ ਅਕਲਮੰਦ ਮਨੁੱਖ ਉਹ ਆ ਜਿਹੜਾ ਕਿਸੇ ਵੀ ਹਾਲਾਤਾਂ ਦੇ ਵਿੱਚ ਨਹੀਂ ਡੋਲਦਾ, ਭਾਵੇਂ ਦੁੱਖ ਆਉਣ ਤੇ ਭਾਵੇਂ ਸੁੱਖ ਆਉਣ। ਫਿਰ ਕਿਹਾ ਜੀ ਸਭ ਤੋਂ ਆਜ਼ਾਦ ਕੌਣ ਹੈ, ਤੇ ਕਹਿੰਦੇ ਆਜ਼ਾਦ ਮਨੁੱਖ ਉਹ ਹੈ ਜਿਹੜਾ ਸਬਰ ਸੰਤੋਖ ਦੇ ਵਿੱਚ ਜਿਉਂਦਾ। ਤੇ ਇਹਨਾਂ ਨੇ ਪੁੱਛਿਆ ਸਭ ਤੋਂ ਜ਼ਰੂਰਤਮੰਦ ਕੌਣ ਹੈ, ਤੇ ਕਹਿੰਦੇ ਜ਼ਰੂਰਤਮੰਦ ਮਨੁੱਖ ਉਹ ਆ ਜਿਹੜਾ ਇਹਨਾਂ ਉੱਪਰ 3 ਦੱਸੇ ਕੰਮਾਂ ਤੋਂ ਜਿਹੜਾ ਹੈ ਉਹਨਾਂ ਨੂੰ ਨਹੀਂ ਕਰਦਾ, ਉਹ ਮਨੁੱਖ ਜ਼ਰੂਰਤਮੰਦ ਹੈ। ਇਸ ਤਰ੍ਹਾਂ 93 ਵਰ੍ਹਿਆਂ ਦੇ ਕਰੀਬ ਇਹਨਾਂ ਨੇ ਆਪਣੀ ਉਮਰ ਜਿਹੜੀ ਆ ਉਹ ਭੋਗੀ ਆ। ਤੇ ਬਾਬਾ ਫਰੀਦ ਜੀ ਦਾ ਜਿਹੜਾ ਹੈ ਇਹਨਾਂ ਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਜਿਹੜੀਆਂ ਰਚਨਾਵਾਂ ਮਿਲਦੀਆਂ ਤੇ 2 ਪੁਸਤਕਾਂ ਇਹਨਾਂ ਦੀਆਂ ਮਿਲਦੀਆਂ, ਇੱਕ ਰਾਹਤ ਅਲ ਕਬੂਲ ਤੇ ਜੋ ਫਾਰਸੀ ਦੇ ਵਿੱਚ ਹੈ, ਇਹਦੇ ਵਿੱਚ ਇਹਨਾਂ ਨੇ ਬਖਤਿਆਰ ਕਾਕੀ ਜਿਹੜੇ ਇਹਨਾਂ ਦੇ ਗੁਰੂ ਹੋਏ ਆ ਉਹਨਾਂ ਦੇ ਬਚਨ ਲਿਖੇ ਆ। ਤੇ ਫਿਰ ਇੱਕ ਸਿਰਾਜੁਲ ਔਲੀਆ ਕਿਤਾਬ ਜਿਹੜੀ ਉਹ ਮਿਲਦੀ ਹੈ ਜਿਹਦੇ ਵਿੱਚ ਇਹਨਾਂ ਦੇ ਆਪਣੇ ਸੰਦੇਸ਼ ਦਰਜ ਮਿਲਦੇ ਆ।
ਤੇ ਇਸ ਤੋਂ ਇਲਾਵਾ ਹਿੰਦੀ ਦੇ ਵਿੱਚ ਵੀ ਇਹਨਾਂ ਦਾ ਕਾਫੀ ਕੁਝ ਮਿਲਦਾ। ਜਦੋਂ ਹਿਸਾਰ ਦੇ ਵਿੱਚ ਰਹੇ, ਜ਼ਿਲ੍ਹਾ ਹਿਸਾਰ ਦੇ ਵਿੱਚ, ਉੱਥੇ ਰਹਿ ਕੇ ਇਹਨਾਂ ਨੇ ਹਿੰਦੀ ਦੇ ਵਿੱਚ ਵੀ ਕੁਝ ਰਚਨਾਵਾਂ ਕੀਤੀਆਂ ਤੇ ਪੰਜਾਬੀ ਦੇ ਵਿੱਚ, ਲਹਿੰਦੀ ਪੰਜਾਬੀ ਦੇ ਵਿੱਚ ਇਹਨਾਂ ਨੇ ਬਹੁਤ ਜਿਹੜੀਆਂ ਰਚਨਾਵਾਂ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਕੁੱਲ 16 ਸਲੋਕ ਜਿਹੜੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 16 ਸ਼ਬਦ ਸਮੇਤ ਸਲੋਕਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਲਹਿੰਦੀ ਪੰਜਾਬੀ ਦੇ ਵਿੱਚ। ਤੇ ਆਪਾਂ ਆਰੰਭ ਤੇ ਗੱਲ ਕੀਤੀ ਸੀ ਕਿ ਬਾਬਾ ਫਰੀਦ ਜੀ ਨੂੰ ਸਭ ਤੋਂ ਪਹਿਲੇ ਪੰਜਾਬੀ ਕਵੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਇਹਨਾਂ ਦੀ ਬਾਣੀ ਦੇ ਵਿੱਚ ਸਿੰਪਲ ਹੀ ਹੈ। ਜਦੋਂ ਆਪਾਂ ਬਾਬਾ ਫਰੀਦ ਜੀ ਦੇ ਸਲੋਕ ਪੜ੍ਹਦੇ ਹਾਂ, ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ ਆਪ ਨੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ, ਕਿੰਨਾ ਸੌਖਾ ਹੈ, ਪੰਜਾਬੀ ਸਮਝ ਆਉਂਦੀ ਹੈ। ਇਸ ਕਰਕੇ ਪੰਜਾਬੀ ਨੂੰ ਇਹਨਾਂ ਨੇ ਵੱਡੇ ਪੱਧਰ ਦੇ ਉੱਤੇ ਲਿਖਿਆ ਤੇ ਇਹਨਾਂ ਦੇ ਕੁੱਲ 112 ਸਲੋਕ ਤੇ 4 ਸ਼ਬਦ, ਭਾਵ 116 ਜਿਹੜੇ ਸ਼ਬਦ ਹਨ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਇਸ ਤੋਂ ਇਲਾਵਾ ਬਾਬਾ ਫਰੀਦ ਜੀ ਦੇ ਬਾਰੇ ਇੱਕ ਸਰਚਰ ਹੋਇਆ ਹੈ, ਮੀਆਂ ਔਲਾ ਬਖਸ਼ ਕੁਸ਼ਤਾ। ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਬਾਬਾ ਫਰੀਦ ਜੀ ਦੀਆਂ 4 ਪੁਸਤਕਾਂ ਉਹਨਾਂ ਨੇ ਦੱਸ ਪਾਈ ਹੈ ਕਿ ਉਹਨਾਂ ਦੇ ਵਿੱਚੋਂ 3 ਨਸਰ ਦਾ ਅਰਥ ਹੁੰਦਾ ਵਾਰਤਕ ਆ, ਤੇ 1 ਨਜ਼ਮ, ਇੱਕ ਜਿਹੜੀ ਆ ਸਲੋਕਾਂ ਵਾਲੀ ਹੈ। 3 ਵਾਰਤਕ, 1 ਸਲੋਕਾਂ ਵਾਲੀ। ਸੋ ਮੁਹਰਮ ਦੇ ਦਿਨ ਇਹ ਬਾਬਾ ਫਰੀਦ ਜੀ 1266 ਈਸਵੀ ਵਿੱਚ ਨਮੂਨੀਆ ਦੀ ਬਿਮਾਰੀ ਹੋਣ ਦਾ ਕਰਕੇ ਇਹ ਪਰਲੋਕ ਸਿਧਾਰ ਗਏ ਤੇ ਇਹ ਫਿਰ ਪਾਕਪਟਨ ਦੇ ਬਾਹਰ ਇਹਨਾਂ ਦੀ ਇੱਕ ਸਮਾਧੀ ਬਣਾਈ ਗਈ ਹੈ ਜੋ ਅੱਜ ਵੀ ਉੱਥੇ ਸਥਾਪਿਤ ਹੈ। ਸੋ ਇਹਨਾਂ ਦੀ ਬਾਣੀ ਦੇ ਬਾਰੇ ਜੇ ਆਪਾਂ ਗੱਲ ਕਰੀਏ, ਬਾਬਾ ਫਰੀਦ ਜੀ ਦੀ ਬਾਣੀ ਦੇ ਬਾਰੇ, ਬੜੀ ਪਿਆਰੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਰੂੜੀਵਾਦੀ ਸਿਧਾਂਤਾਂ ਨੂੰ ਜਿਹੜੀ ਉਹ ਖਤਮ ਕਰਦੀ ਹੈ, ਪਰਮੇਸ਼ਰ ਦੇ ਗੁਣ ਗਾਉਣ ਵੱਲ ਲੈ ਕੇ ਜਾਂਦੀ ਹੈ ਤੇ ਬੜੀ ਗੌਰਵਮਈ ਰਚਨਾ ਹੈ ਇਹਨਾਂ ਦੀ। ਭਾਵੇਂ ਥੋੜੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਹੈ ਬੜੀ ਪਿਆਰ ਵਾਲੀ। ਜਿਵੇਂ ਆਪਾਂ ਸਲੋਕ ਕਈਆਂ ਨੂੰ ਉਂਝ ਹੀ ਯਾਦ ਹੁੰਦੇ ਆ, ਜਿਵੇਂ ਬਾਬਾ ਫਰੀਦ ਜੀ ਦਾ ਜੋ ਤੈ ਮਾਰਨ ਮੁਕੀਆਂ ਤਿੰਨਾਂ ਨਾ ਮਾਰੇ ਘੁੰਮ ਆਪ ਨੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ, ਫਿਰ ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ, ਫਿਰ ਦੇਖ ਫਰੀਦਾ ਜੇਤੀਆ ਸ਼ੱਕਰ ਹੋਈ ਵਿਸ, ਸਾਈਂ ਬਾਜੂ ਆਪਣੇ ਵੇਦਨ ਕਹੀਏ ਕਿਸ। ਇਸ ਤਰ੍ਹਾਂ ਇਹਨਾਂ ਦੇ ਜਿਹੜੇ ਸਲੋਕ ਉਹ ਪਰਮੇਸ਼ਰ ਨੂੰ ਪਛਾਣਨ ਵਾਸਤੇ ਗੱਲ ਇਹਨਾਂ ਨੇ ਕੀਤੀ ਹੈ। ਫਿਰ ਇਹਨਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈ, ਜਿਨ੍ਹਾਂ ਵਿੱਚ ਇਹਨਾਂ ਨੇ ਪਰਮੇਸ਼ਰ ਦੀ ਭਗਤੀ ਦੀ ਗੱਲ ਕੀਤੀ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਤੇ ਸੱਚਾ ਮਨੁੱਖ ਉਹ ਹੈ ਜਿਹੜੇ ਦਿਲੋਂ ਮੁਹੱਬਤ ਪਰਮੇਸ਼ਰ ਨੂੰ ਕਰਦਾ। ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਕੋਈ ਭਾਰਤੀ। ਜਿਹੜੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੱਤੇ ਹੋਏ ਆ, ਜਿਨ੍ਹਾਂ ਨੂੰ ਦਿਦਾਰ ਹੈ, ਉਹੀ ਅਸਲੀ ਮਨੁੱਖ ਆ। ਨਹੀਂ ਤੇ ਦੂਸਰੇ ਤੇ ਆਪ ਲਈਏ ਲੜ ਲਾਏ ਦਰ ਦਰਵੇਸ਼ ਤੇ, ਧਨ ਦਿਨ ਦੀ ਮਾਓ ਆਏ ਸਫਲ ਸੀ। ਉਹ ਮਨੁੱਖ ਸਫਲ ਆ ਜਿਹੜੇ ਪਰਮੇਸ਼ਰ ਦੇ ਦਰ ਤੇ ਝੁਕੇ ਰਹਿੰਦੇ ਆ। ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ ਦੀਜੈ ਬੰਦਗੀ। ਇਸ ਤਰ੍ਹਾਂ ਇਹਨਾਂ ਨੇ ਬੰਦਗੀ ਦੀਆਂ ਗੱਲਾਂ ਕੀਤੀਆਂ। ਬਿਰਹੋ ਨੇਹੋ ਇਸ਼ਕ, ਇਹ ਗੱਲਾਂ ਇਹਨਾਂ ਦੇ ਸ਼ਬਦਾਂ ਦੇ ਵਿੱਚ ਇਸ਼ਕ ਹਕੀਕੀ ਜਿਹੜਾ ਹੈ ਇਹਨਾਂ ਦੀ ਬਾਣੀ ਦੇ ਵਿੱਚ ਬਿਆਨ ਹੁੰਦਾ ਹੈ। ਜਿਵੇਂ ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜਿਆ ਕੰਬਲੀ, ਰਹਾਂ ਤੋਂ ਟੁੱਟਿਆ ਨੇਹੋ, ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸਾ ਮੇਹੋ, ਜਾਏ ਮਿਲਾਂ ਤਾਂ ਨਾ ਸੱਜਣਾ ਟੁੱਟਿਆ ਨਾ ਹੀ ਨੇਹੋ। ਪਰਮੇਸ਼ਰ ਨੂੰ ਮਿਲਣ ਵਾਸਤੇ ਜਿਹੜਾ ਆ ਉਹ ਚਿੱਕੜ ਦੇ ਭਰੀਆਂ ਗਲੀਆਂ ਜਿਵੇਂ ਲੰਘ ਜਾਣਾ ਚਾਹੀਦਾ। ਪਿਆਰ ਦੀ ਗੱਲ ਇਹਨਾਂ ਦੇ ਸ਼ਬਦਾਂ 'ਚ ਮਿਲਦੀ ਹੈ, ਸਲੋਕਾਂ 'ਚ। ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ। ਇਸ ਤਰ੍ਹਾਂ ਇਹਨਾਂ ਨੇ ਗੁਰਬਾਣੀ ਦੇ ਵਿੱਚ ਜਿਹੜੀ ਇਹ ਗੱਲ ਪਰਮੇਸ਼ਰ ਦੇ ਪਿਆਰ ਦੀ ਕੀਤੀ ਹੈ। ਤੇ ਸਭ ਤੋਂ ਮਿੱਠਾ ਜੇ ਬਾਬਾ ਫਰੀਦ ਜੀ ਨੂੰ ਪੁੱਛਿਆ ਕੀ ਹੈ, ਤੇ ਉਹੀ ਕਹਿੰਦਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਠੀਕ ਹੈ, ਮਿੱਠੀਆਂ ਹੋਣਗੀਆਂ ਸਾਰੀਆਂ ਵਸਤੂਆਂ, ਪਰ ਪਰਮੇਸ਼ਰ ਦੀ ਬਰਾਬਰੀ ਹੈ ਮਿੱਠੀਆਂ ਵਸਤੂਆਂ ਨਹੀਂ ਕਰ ਸਕਦੀਆਂ। ਇਸ ਤਰ੍ਹਾਂ ਬਾਬਾ ਫਰੀਦ ਜੀ ਨੇ ਜਿਹੜਾ ਹੈ ਨਾ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਮਰਿਆਦਾ ਦੇ ਵਿੱਚ ਵੀ ਚੱਲਣ ਲਈ ਕਿਹਾ। ਜਿਵੇਂ ਕਿਉਂਕਿ ਇਸਲਾਮ ਦੇ ਭਗਤ ਸਨ, ਇਸਲਾਮੀ ਸੂਫੀਵਾਦ ਦੇ ਵਿੱਚ ਸਨ, ਇਸ ਕਰਕੇ ਇਹਨਾਂ ਨੇ ਪਰਮੇਸ਼ਰ ਦੇ ਬਾਰੇ ਗੱਲ ਵੀ ਕਹੀ ਹੈ ਕਿ ਭਾਈ ਉਹ ਮਨੁੱਖ ਜਿਹੜਾ ਆ ਉਹ ਜਿਹੜਾ ਸਿਰ ਪਰਮੇਸ਼ਰ ਦੇ ਅੱਗੇ ਨਹੀਂ ਝੁਕਦਾ, ਉਹਨੂੰ ਬਾਲਣ ਦੀ ਜਗ੍ਹਾ ਸਾੜ ਦੇਣਾ ਚਾਹੀਦਾ। ਸਲੋਕਾਂ ਦੇ ਵਿੱਚ ਲਿਖਿਆ ਇਹਨਾਂ ਨੇ, ਉੱਠ ਫਰੀਦਾ ਉਲੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਉਹਨੂੰ ਉਤਾਰ ਦੇਣਾ ਚਾਹੀਦਾ, ਵੱਢ ਦੇਣਾ ਚਾਹੀਦਾ ਉਹ ਸਿਰ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਈ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਭੀ ਹੀ ਚੱਲਣਾ ਆਇਆ। ਪੰਜੇ ਵਕਤ ਮਸੀਤ, ਜਿਹੜੇ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ
ਉਹਨਾਂ ਦੇ ਬਾਰੇ ਗੱਲ ਕੀਤੀ ਹੈ ਕਿ ਉਹਨਾਂ ਦਾ ਜੀਵਨ ਦੁੱਭਰ ਹੈ, ਉਹਨਾਂ ਨੂੰ ਜਿਹੜਾ ਆ ਯਾਦ ਕੀ ਕਰਨਾ ਹੈ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਨਹੀਂ ਆ, ਜਿਹੜੇ ਪਰਮੇਸ਼ਰ ਦੇ ਰੰਗ 'ਚ ਰੱਤੇ ਗਏ ਆ, ਉਹਨਾਂ ਦੇ ਕਹਿੰਦੇ ਆ ਕਿ ਮੈਂ ਉਹਨਾਂ ਦੇ ਪੈਰ ਜਿਹੜੇ ਉਹ ਚੁੰਮਦਾ ਹਾਂ, ਉਹਨਾਂ ਦੇ ਪੈਰਾਂ ਨੂੰ ਚੁੰਮਣਾ ਕਰਦਾ। ਸੋ ਮੈਂ ਆਪ ਜੀ ਦੇ ਨਾਲ ਬਾਬਾ ਫਰੀਦ ਜੀ ਦੇ ਜਿਹੜੇ 4 ਸ਼ਬਦ ਹਨ ਉਹ ਸਾਂਝੇ ਕਰ ਦੇਵਾਂ, ਤਾਂ ਕਿ ਆਪ ਜੀ ਕਿਤੇ ਸਰਚ ਕਰਕੇ ਆਪਣੇ ਮੋਬਾਈਲ ਦੇ ਉੱਪਰ ਉਹਨਾਂ ਦੇ ਇਹ ਇੱਕ ਰਾਗ ਸੂਹੀ ਦੇ ਰਾਗ ਆਸਾ ਦੇ ਵਿੱਚ 2 ਸ਼ਬਦ ਹਨ ਬਾਬਾ ਜੀ ਦੇ, ਬਾਬਾ ਸ਼ੇਖ ਫਰੀਦ ਜੀ ਦੇ, ਤੇ ਸੂਹੀ ਰਾਗ ਦੇ ਵਿੱਚ 2 ਸ਼ਬਦ ਹਨ, 4 ਸ਼ਬਦ ਇਹ ਤੇ 112 ਸ਼ਲੋਕ ਜਿਨ੍ਹਾਂ ਦਾ ਸਿਰਲੇਖ ਹੈ ਸ਼ਲੋਕ ਸ਼ੇਖ ਫਰੀਦ ਕੇ। ਸੋ ਇਹਨਾਂ ਦੇ ਕੁੱਲ 112 ਸ਼ਲੋਕ, ਕੁੱਲ ਗਿਣਤੀ ਜਿਹੜੀ 116 ਬਣਦੀ ਹੈ, 116 ਗਿਣਤੀ ਕੁੱਲ ਇਹਨਾਂ ਦੀ ਬਾਣੀ ਦੀ ਬਣਦੀ ਹੈ। ਸੋ ਆਓ ਸ਼ੇਖ ਫਰੀਦ ਜੀ ਦੀ ਜਿਹੜੀ ਆਸਾ ਰਾਗ ਦੇ ਵਿੱਚ ਬਾਣੀ ਹੈ, ਆਸਾ ਸ਼ੇਖ ਫਰੀਦ ਜੀਓ ਕੀ ਬਾਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਦਿਲਹੁ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਜਿਨ੍ਹਾਂ ਦਾ ਮਨ ਕਿਤੇ ਹੈ ਤੇ ਮੁਖ ਕਿਤੇ ਹੈ, ਉਹਦੇ ਮਨ ਕਹਿੰਦੇ ਕਿ ਕੱਚੇ ਹਨ ਅੰਦਰੋਂ, ਉਹਨਾਂ ਦੇ ਕੰਢੇ ਕੱਚੇ ਹਨ। ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੂਈ ਭਾਰਤੀ ਹੈ। ਜਿਨ੍ਹਾਂ ਨੂੰ ਨਾਮ ਵਿਸਰ ਗਿਆ ਉਹ ਧਰਤੀ ਦੇ ਭਾਰ ਹਨ। ਜਿਹੜੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੱਤੇ ਆ ਉਹਨਾਂ ਨੂੰ ਰੰਗ ਪਰਮੇਸ਼ਰ ਦੇ ਦਰਸ਼ਨਾਂ ਦੀ ਦੀਦਾਰ ਹੁੰਦੇ ਆ, ਪਰ ਜਿਹਨਾਂ ਨੂੰ ਨਾਮ ਭੁੱਲ ਗਿਆ ਉਹ ਧਰਤੀ ਦੇ ਭਾਰ ਹਨ। ਇਹ ਗੱਲ ਇਹਨਾਂ ਨੇ ਕੀਤੀ ਇਸ ਸ਼ਬਦ ਦੇ ਵਿੱਚ। ਜਿਨ ਲੜ ਆਪ ਲੀਏ ਲੜ ਲਾਏ ਦਰ ਦਰਵੇਸੇ, ਤਿਨ ਧਨ ਜਣਿੰਦੀ ਮਾਓ ਆਏ ਸਫਲ ਸੇ। ਪਰਵਦਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ, ਮੂੰਹ ਦਾ ਅਰਥ ਮੈਂ। ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਦੇ ਖੈਰ ਦੀਜੈ ਬੰਦਗੀ। ਇਹ ਪਰਮੇਸ਼ਰ ਜੀ ਕਿਰਪਾ ਕਰੋ ਮੈਨੂੰ ਵੀ ਬੰਦਗੀ ਦੀ ਦਾਤ ਜਿਹੜੀ ਉਹ ਬਖਸ਼ੋ। ਫਿਰ ਆਸਾ ਬੋਲਿਆ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚੰਦੜੀਆਂ ਰਹਾਓ। ਰਹਾਓ ਦਾ ਬੰਦ ਹੈ ਕਿ ਬਾਬਾ ਫਰੀਦ ਜੀ ਕਹਿੰਦੇ ਅੱਜ ਮਿਲਾ ਦੇਵਾਂ ਪਰਮੇਸ਼ਰ ਨੂੰ। ਜੇ ਤੂੰ ਮਨੁੱਖ ਮਿਲਣਾ ਨਾ ਪਰਮੇਸ਼ਰ ਨੂੰ ਅੱਜ ਮਿਲ ਸਕਦਾ ਹੈ। ਤੇ ਜੇ ਪੁੱਛੀਏ ਰਸਤਾ ਕੀ ਹੈ ਅੱਜ ਮਿਲਣ ਦਾ, ਹੁਣੇ ਮਿਲਣ ਦਾ ਰਸਤਾ ਕੀ ਹੈ, ਤੇ ਕਹਿੰਦੇ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਤੇ ਆਪਣੇ ਮਨ ਦੇ ਵਿੱਚ ਜਿਹੜੀਆਂ ਇਹ ਵਕਾਰ ਰੂਪੀ ਟਾਕਿਮ ਕੁੰਜੜੀਆਂ, ਜਿਹੜੇ ਮਨ ਦੇ ਵਿੱਚ ਵਕਾਰ ਹੁੰਦੇ ਆ ਨਾ, ਜਿਹੜੇ ਮਨ ਨੂੰ ਮਚਿੰਦੜੀਆਂ ਮਨ ਨੂੰ ਮੋਹਦੇ ਆ, ਇਹਨਾਂ ਨੂੰ ਖਤਮ ਕਰ ਦੇ। ਤੈਨੂੰ ਅੱਜ ਪਰਮੇਸ਼ਰ ਦਾ ਮਿਲਾਵਾ ਹੋ ਜਾਏਗਾ। ਜੇ ਜਾਣਾ ਮਰ ਜਾਈਏ ਘੁੰਮਣਾ ਆਈਏ, ਝੂਠੀ ਦੁਨੀਆ ਲੱਗਣ ਆਪ ਮਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮਰੀਦਾ ਜੋ ਦੀਏ। ਵੇਖੋ ਪੰਜਾਬੀ ਹੈ ਕਿੰਨੀ ਸਿੰਪਲ ਸਮਝ ਆ ਰਹੀ ਹੈ। ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵ ਤੇ ਚੀਰਿਆ। ਸ਼ੇਖ ਹਯਾਤੀ ਜਾਗਣਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਕੱਤੀ ਕੁੰਜਾਂ ਚੇਤ ਸੌਟ ਸਾਵਣ ਡੋ ਸਾਵਣ ਬਿਜਲੀਆਂ, ਸਿਆਲੇ ਸੁਹੰਦੀਆਂ ਪੇਰ ਗਲ ਬਾਹੜੀਆਂ। ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ, ਗੜੰਦਿਆਂ 6 ਮਾਹ ਟੁੜੰਦਿਆਂ ਇੱਕ ਖਿਣੋ। ਕਿ ਮਨੁੱਖ ਦਾ ਸਰੀਰ ਬਣਦਿਆਂ 6 ਮਹੀਨੇ ਲੱਗ ਜਾਂਦੇ ਗਰਭ ਦੇ ਵਿੱਚ, ਪਰ ਜਦੋਂ ਸਰੀਰ ਦੇ ਵਿੱਚ ਸਵਾਸ ਨਿਕਲਦੇ ਆ ਤੇ ਇੱਕ ਖਿਣ ਲੱਗਦਾ। ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਏ। ਕਹਿੰਦੇ ਜ਼ਮੀ ਅਸਮਾਨ ਨੂੰ ਪੁੱਛਦੀ ਹੈ ਕਿ ਫਰੀਦਾ ਕਿੰਨੇ ਕੁ ਆਏ ਤੇ ਕਿੰਨੇ ਕੁ ਚਲੇ ਗਏ। ਸਾਰੇ ਜਿਹੜੇ ਗੋਰਾਂ ਦੇ ਵਿੱਚ ਜਾ ਕੇ ਪਏ ਆ, ਉਲਾਮੇ ਜਿਹੜਾ ਹੈ ਉਹ ਜੀ ਸਹਿੰਦਾ ਹੈ। ਸਜ਼ਾ ਜਿਹੜੀ ਆ ਅੱਗੇ ਜਾ ਕੇ ਜੀਵ ਨੂੰ ਮਿਲਦੀ ਹੈ। ਸੋ ਸੂਹੀ ਰਾਗ ਦੇ ਵਿੱਚ ਇਹਨਾਂ ਦੀ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ। ਬਾਣੀ ਸ਼ੇਖ ਫਰੀਦ ਜੀ ਕੀ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਵਲ ਹੋਈ ਸੋ ਸਹੁ ਲੋਰੋਂ। ਤੈਸੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸੈ ਨਾਹੀ ਦੋਸ। ਮੇਰੇ ਵਿੱਚ ਅਵਗਣ ਹਨ, ਪਰਮੇਸ਼ਰ ਦੇ ਵਿੱਚ ਕੋਈ ਅਵਗਣ ਨਹੀਂ ਹੈ। ਜੇ ਨਹੀਂ ਮਿਲ ਰਿਹਾ ਮੈਂ ਪਰਮੇਸ਼ਰ ਨੂੰ, ਇਹਦੇ ਵਿੱਚ ਮੇਰਾ ਦੋਸ਼ ਹੈ, ਪਰਮੇਸ਼ਰ ਦਾ ਨਹੀਂ ਕੋਈ ਦੋਸ਼। ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਕੋਈ ਪਾਸ਼ੇ ਪਛਤਾਨੀ। ਜੋਬਨ ਚਲਾ ਗਿਆ ਤੇ ਹੁਣ ਪਛਤਾ ਰਹੀ ਆ, ਕਿਉਂਕਿ ਪਰਮੇਸ਼ਰ ਦੀ ਸਾਰ ਜਾਣੀ ਨਾ। ਜਵਾਨੀ ਜਿਹੜੀ ਆ ਉਸੇ ਤਰ੍ਹਾਂ ਲੰਘ ਗਈ। ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਾਂ ਬਿਰਹਿ ਜਾਲੀ। ਕੋਇਲ ਦਾ ਪ੍ਰਸੰਗ ਲੈ ਕੇ ਦੱਸਦੇ ਪਏ ਆ ਕਿ ਮਨੁੱਖ ਅੰਦਰੋਂ ਕਾਲਾ ਹੋਇਆ ਪਿਆ, ਬਿਰਹੇ ਦੇ ਵਿੱਚ ਪਰਮੇਸ਼ਰ ਦੇ ਮਿਲਾਪ ਦੇ ਵਿੱਚ ਉਹਨੂੰ ਗਾਉਂਦਾ ਪਿਆ, ਜਿਵੇਂ ਕੋਇਲ ਗਾਉਂਦੀ ਹੈ। ਪਿਰੈ ਵੀ ਹੁਣ ਕਥੇ ਸੁਖ ਪਾਏ, ਜਾਂ ਹੋਈ ਕਿਰਪਾਲਤਾ ਪ੍ਰਭੂ ਮਿਲਾਏ। ਵਿਦਨ ਕੂਹੀ ਮੁੰਦ ਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਨ ਫਿਰ ਦੇਖਾਂ ਤਾਂ ਮੇਰਾ ਅੱਲਾ ਬੇਲੀ। ਕਿਰਪਾ ਕਰਕੇ ਸਾਧ ਸੰਗਤ ਦੇ ਵਿੱਚ ਜਦੋਂ ਮੇਲ ਹੋਇਆ ਤੇ ਫਿਰ ਅੱਲਾ ਹਰ ਥਾਂ ਜਗ੍ਹਾ ਦੇ ਉੱਤੇ ਦਿਖਣ ਲੱਗ ਪਿਆ।
वाट हमारी खरी उडीनी, खन्यो तिखी बहुत अपीनी, उस ऊपर है मार्ग मेरा, सेक फरीदा पंथ समार सवेरा। वेलो खन्यो तिखी ਜਿਹੜੀ ਉਹ ਗੱਲ ਇੱਥੇ ਕੀਤੀ ਹੋਈ ਆ ਬਾਬਾ ਜੀ ਨੇ, ਬਾਬਾ ਫਰੀਦ ਜੀ ਨੇ ਗੱਲ ਕੀਤੀ ਆ, ਖੰਨਿਓ ਤਿੱਖੀ ਬਹੁਤ ਪਈ ਨਹੀਂ, ਕਿ ਇਹ ਜਿਹੜਾ ਰਸਤਾ ਹੈ ਬੜਾ ਔਖਾ ਹੈ, ਭਗਤੀ ਦਾ ਮਾਰਗ, ਸਾਧ ਸੰਗਤ ਦਾ ਮਾਰਗ, ਤੇ ਇਹ ਫੇਕ ਫਰੀਦ ਦਾ ਪੰਥ ਸਮਾਰ ਸਵੇਰਾ। ਹਾਂਜੀ, ਆਸੂਹੀ ਰਾਗ ਦੇ ਵਿੱਚ ਆਖਰੀ ਸ਼ਬਦ ਹੈ ਚੌਥਾ, ਬੇੜਾ ਬੰਧ ਨਾ ਸਕੇ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਜਦੋਂ ਸਮਾਂ ਸੀ ਉਦੋਂ ਸਿਮਰਿਆ ਨਹੀਂ, ਤੇ ਹੁਣ ਜਦੋਂ ਭਰ ਸਰਵਰ ਜਬ ਉਛਲੇ ਤਾਂ ਪੰਥ ਤਰਨ ਦੁਹੇਲਾ, ਫਿਰ ਤਰਿਆ ਨਹੀਂ ਜਾਣਾ। ਹੱਥ ਨਾ ਪਾਏ ਕੁਸੰਭੜੇ ਜਲ ਜਾਸੀ ਢੋਲਾ ਰਹਾਓ, ਇੱਕ ਆਪੀਨੇ ਪਤਲੀ ਸਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਕਹਿ ਫਰੀਦ ਸਹੇਲੀ, ਕਹਿ ਫਰੀਦ ਸਹੇਲੀਏ ਸੌ ਅਲਾਏ ਸੀ, ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀਸੀ, ਕਿ ਅੰਤ ਨੂੰ ਹੰਸ ਨੇ ਉੱਡ ਜਾਣਾ ਹੈ, ਤੇ ਇਹ ਜਿਹੜਾ ਸਰੀਰ ਹੈ ਮਿੱਟੀ ਦੀ ਢੇਰੀ ਬਣਿਆ ਰਹਿ ਜਾਣਾ। ਇਸ ਕਰਕੇ ਬੰਧਨ ਦਾ ਵੇੜਾ, ਪਰਮੇਸ਼ਰ ਨੂੰ ਸਿਮਰਨ ਦਾ ਵੇੜਾ ਇਹੀ ਹੈ ਕਿ ਜਿੰਨਾ ਚਿਰ ਸਰੀਰ ਹੈ ਉਹਦੇ ਰਹਿੰਦਿਆਂ ਪਰਮੇਸ਼ਰ ਨੂੰ ਯਾਦ ਕਰ ਲਿਆ ਜਾਵੇ, ਤੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੈ। ਸੋ ਸਾਧ ਸੰਗਤ, ਅੱਜ ਆਪਾਂ ਬਾਬਾ ਫਰੀਦ ਜੀ ਦਾ ਜੀਵਨ ਜਿਹੜਾ ਵਿਚਾਰਿਆ, ਤੇ 15 ਭਗਤਾਂ ਦਾ ਜੀਵਨ ਅੱਜ ਸਮਾਪਤੀ ਹੋਈ ਹੈ। ਕੱਲ ਨੂੰ ਆਪਾਂ ਭੱਟਾਂ ਦਾ ਜੀਵਨ ਜਿਹੜਾ ਵਿਚਾਰਨਾ ਹੈ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਜੁੜ ਕੇ ਲਾਹਾ ਪ੍ਰਾਪਤ ਕਰਦੇ ਹੋ। ਇੰਨੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੋ ਜੇ ਆਪ ਜੀ ਦੇ ਕੋਲ ਕੋਈ ਸਵਾਲ ਕੁਝ ਪੁੱਛਣਾ ਹੈ, ਮੈਂ ਕਾਊਂਟ ਕਰਕੇ ਆਪਣਾ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ। ਠੀਕ ਹੈ ਸਾਧ ਸੰਗਤ, ਆਪ ਸਭ ਸੰਗਤ ਦਾ ਧੰਨਵਾਦ। ਆਪ ਜੀ ਇਸੇ ਤਰ੍ਹਾਂ ਸ਼ਾਮ ਅਤੇ ਸਵੇਰ ਦੀ ਕਲਾਸ ਦੇ ਵਿੱਚ ਜੁੜਦੇ ਰਹਿਣਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।